ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਨਿਤ ਧਿਆਵੋ ਜੀ, ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਵਿਗਨਨ ਕੇ ਨਾਸਕ, ਵਿਗਨਨ ਕੇ ਨਾਸਕ। ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬਾਲੇ ਕੋ ਬੁਲਵਾਏ ਕੈ, ਦੇਹੋ ਤਿਸੈ ਸਮਝਾਏ। ਹਮ ਤੁਮ ਮਿਲ ਤਿਹ ਸੋ ਕਹੈ, ਲਹੈ ਬਾਤ ਮਨਾਏ। ਬਾਲੇ ਕੋ ਬੁਲਵਾਏ ਕੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਵਛਲ ਗਰੀਬ ਨਵਾਜ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਪੰਥ ਦੇ ਵਾਲੀ ਸਾਹਿਬੇ ਕਮਾਲ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਰੂਪ ਸਾਧ ਸੰਗਤ ਜੀਓ। ਆਪ ਜੀ ਕਰਮਾਂ ਵਾਲੇ, ਵੱਡਿਆਂ ਭਾਗਾਂ ਵਾਲੇ ਹੋ, ਜੋ ਸੰਧਿਆ ਦੇ ਸਮੇਂ ਤੋਂ ਹੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਪ੍ਰਾਪਤ ਕੀਤੀ, ਲਾਹਾ ਪ੍ਰਾਪਤ ਕੀਤਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਗੁਰੂ ਖਾਲਸੇ ਦਾ, ਗੁਰੂ ਪੰਥ ਦਾ ਬਹੁਤ ਹੀ ਮਹਾਨ ਵੱਡਾ ਪਵਿੱਤਰ ਦਿਹਾੜਾ ਹੈ। ਜਿਸ ਦਿਨ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਜੋਤੀ ਜੋਤ ਸਮਾਏ ਸਨ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਗੁਰਤਾ ਬਖਸ਼ੀ ਸੀ। ਅੱਜ ਦੋ ਦਿਹਾੜੇ ਇਕੱਠੇ
ਗੁਰੂ ਕੀ ਸੰਗਤ ਗੁਰੂ ਖਾਲਸਾ ਵਿੱਚ ਹਨ। ਧੰਨ ਧੰਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਜੋ ਆਪ ਪਰਮੇਸ਼ਰ ਸਨ, ਜਿਨ੍ਹਾਂ ਦਾ ਅਵਤਾਰ ਸ੍ਰੀ ਕੀਰਤਪੁਰ ਸਾਹਿਬ ਮਾਤਾ ਕ੍ਰਿਸ਼ਨ ਕੌਰ ਜੀ ਦੀ ਉਦਰ ਤੋਂ ਪਿਤਾ ਗੁਰੂ ਹਰਿਰਾਏ ਮਹਾਰਾਜ ਜੀ ਦੇ ਗ੍ਰਹਿ ਵਿਖੇ ਹੋਇਆ ਸੀ। ਸਤਿਗੁਰੂ ਹਰਿਕ੍ਰਿਸ਼ਨ ਮਹਾਰਾਜ ਬਾਬਾ ਰਾਮ ਰਾਏ ਜੀ ਤੋਂ ਛੋਟੇ ਸਨ ਉਮਰਾਂ ਵਿੱਚੋਂ। ਗੁਰੂ ਹਰਿਰਾਏ ਮਹਾਰਾਜ ਜੀ ਦੇ ਦੋ ਸੁਪੁੱਤਰ ਬਾਬਾ ਰਾਮ ਰਾਏ ਜੀ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ। ਪਰ ਜੋ ਗੁਰਤਾ ਦੇ ਯੋਗ ਸਨ, ਜਿਨ੍ਹਾਂ ਨੂੰ ਵੇਖਿਆ ਮਹਾਰਾਜ ਜੀ ਨੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਜੋ ਨਿਜਤ ਪਹਿਲਾਂ ਹੀ ਧੁਰ ਤੋਂ ਹੀ ਸੀ, ਉਸੇ ਅਨੁਸਾਰ ਗੁਰਤਾ ਬਖਸ਼ੀ। ਭਾਵੇਂ ਕਿ ਸ਼ਕਤੀਆਂ ਦੇ ਮਾਲਕ, ਬੰਦਗੀ ਦੇ ਮਾਲਕ ਬਾਬਾ ਰਾਮ ਰਾਏ ਵੀ ਜੀ ਬਹੁਤ ਸਨ, ਪਰ ਉਹ ਪਿਤਾ ਜੀ ਦੀ ਆਗਿਆ ਦੀ ਉਲੰਘਣਾ ਕਰਦੇ ਹੋਏ ਜਦੋਂ ਗੁਰਬਾਣੀ ਦੀ ਤੁਕ ਨੂੰ ਬਦਲਣਾ ਕੀਤਾ, ਜਿਸ ਕਰਕੇ ਸਤਿਗੁਰੂ ਜੀ ਨੇ ਪਾਇਆ ਨਹੀਂ ਅਤੇ ਮਹਾਰਾਜ ਜੀ ਨੇ ਬੇਦਖਲੀ ਦੇ ਦਿੱਤੀ, ਬੇਦਖਲ ਕਰ ਦਿੱਤਾ। ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਸਭ ਤਰ੍ਹਾਂ ਯੋਗ ਜਾਣ ਕੇ ਗੁਰਤਾ ਬਖਸ਼ੀ। ਸੱਚੇ ਪਾਤਸ਼ਾਹ ਜੀ ਨੇ 2 ਸਾਲ 5 ਮਹੀਨੇ 20 ਦਿਨ ਗੁਰਤਾ ਜਿਹੜੀ ਹੈ ਕੀਤੀ ਹੈ। ਗੁਰਤਾ ਦੇ ਬਿਰਾਜਮਾਨ ਰਹੇ। ਅਖੀਰਲਾ ਸਮਾਂ ਦਿੱਲੀ ਦੇ ਵਿੱਚ ਜਮਨਾ ਦੇ ਕਿਨਾਰੇ ਬਤੀਤ ਕੀਤਾ। ਜੋ ਔਰੰਗਜ਼ੇਬ ਦੀ ਚਾਹਨਾ ਸੀ ਕਿ ਮੈਂ ਇਹਨਾਂ ਦੇ ਦਰਸ਼ਨ ਕਰਨੇ ਹੈ ਗੁਰੂ ਹਰਿਕ੍ਰਿਸ਼ਨ ਜੀ ਦੇ, ਪਰ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦਾ ਇਹ ਨਿਰਣਾ ਸੀ, ਪੱਕਾ ਸੀ ਇਹ ਅੰਦਰ, ਕਿ ਦੁਸ਼ਟ ਜਿਹੜਾ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦੇਣੇ। ਨਾ ਤੇ ਗੁਰੂ ਹਰਿਰਾਏ ਮਹਾਰਾਜ ਜੀ ਨੇ ਦਰਸ਼ਨ ਦਿੱਤੇ ਔਰੰਗਜ਼ੇਬ ਨੂੰ, ਨਾ ਹੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੇ। ਸੱਚੇ ਪਾਤਸ਼ਾਹ ਜੀ ਕਹਿੰਦੇ ਹਕੂਮਤ ਦੇ ਜਿਹੜੇ ਝੂਠੇ ਲੋਕ ਹੈ, ਰਾਜਨੀਤਿਕ ਲੋਕ, ਇਹਨਾਂ ਨਾਲ ਸਾਡਾ ਕੋਈ ਮੇਲ ਜੋਲ ਨਹੀਂ। ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੇ ਜਿਹੜੇ ਦਿੱਲੀ ਦੇ ਵਿੱਚ ਚੇਚਕ ਦੀ ਬਿਮਾਰੀ ਫੈਲੀ ਹੋਈ ਸੀ, ਬੇਅੰਤ ਸੰਗਤਾਂ ਨੂੰ ਆਪਣੇ ਚਰਨਾਂ ਦੀ ਪਹੁਲ ਦੇ ਕੇ, ਫਿਰ ਇੱਕ ਚਬੱਚੇ ਦੇ ਵਿੱਚ ਚਰਨਾਂ ਨੂੰ ਧਵਾ ਕੇ ਜਲ ਪਾ ਕੇ ਅਤੇ ਉਹ ਸੰਗਤਾਂ ਨੂੰ ਠੀਕ ਕੀਤਾ। ਸਾਖੀ ਨੇ ਮੇਰੀ ਆਪਾਂ ਸੰਖੇਪ ਵਿੱਚ ਤੇ ਗੁਰੂ ਜੀ ਨੇ ਉੱਥੇ ਹੀ ਜਮਨਾ ਦੇ ਕਿਨਾਰੇ ਆਪਣਾ ਸਰੀਰ ਤਿਆਗ ਦਿੱਤਾ, ਪਰ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦਿੱਤੇ। ਔਰੰਗਜ਼ੇਬ ਦੀ ਜਿਹੜੀ ਚਾਹਨਾ ਇੱਛਾ ਸੀ, ਉਹਦੀ ਵਿੱਚੇ ਦੀ ਵਿੱਚੇ ਰਹਿ ਗਈ। ਜਿਹੜੇ ਗੁਰੂ ਦੀਆਂ ਸੰਗਤਾਂ ਲੋਕ ਵਿਚਾਰੇ ਬੜੇ ਦੁਖੀ ਸਨ ਬਿਮਾਰੀ ਤੋਂ, ਉਹਨਾਂ ਦੀ ਬਿਮਾਰੀ ਦੂਰ ਕੀਤੀ। ਅੱਜ ਅਸੀਂ ਕਹਿੰਦੇ ਹਾਂ ਜੀ ਸਰਕਾਰ ਨੂੰ ਵੇਖਣਾ ਚਾਹੀਦਾ, ਮੰਨਣੀ ਚਾਹੀਦੀ ਹੈ, ਪਰ ਸਤਿਗੁਰੂ ਹਰਿਰਾਏ ਮਹਾਰਾਜ ਜੀ ਅਤੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੇ ਨਾ ਤਾਂ ਕੋਈ ਮੰਨੀ ਹੈ। ਜਦੋਂ ਕਿ ਔਰੰਗਜ਼ੇਬ ਨੇ ਹੀ ਸੁਣਾ ਦੇ ਕੇ ਸਤਿਗੁਰੂ ਜੀ ਨੂੰ ਬੁਲਾਇਆ ਸੀ ਦਿੱਲੀ ਦੇ ਵਿੱਚ ਕਿ ਮੈਂ ਇਹਨਾਂ ਨੂੰ ਵੇਖਣਾ ਚਾਹੁੰਦਾ ਹਾਂ। ਮਹਾਰਾਜ ਕਹਿੰਦੇ ਤੇਰੇ ਵਰਗੇ ਦੁਸ਼ਟ ਨੂੰ ਅਸੀਂ ਦਰਸ਼ਨ ਦੇਣੇ ਨਹੀਂ, ਤੂੰ ਵੇਖਣਾ ਸਾਨੂੰ ਕੀ ਹੈ। 6ਵੇਂ ਪਾਤਸ਼ਾਹ ਮਹਾਰਾਜ ਸ਼ਾਹਜਹਾਂ ਨਾਲ 4 ਜੰਗਾਂ ਲੜੀਆਂ। 10ਵੇਂ ਪਾਤਸ਼ਾਹ ਜੀ ਨੇ ਇਸੇ ਤਰ੍ਹਾਂ ਜੰਗਾਂ ਕੀਤੀਆਂ। 9ਵੇਂ ਪਾਤਸ਼ਾਹ ਜੀ ਨੇ ਔਰੰਗਜ਼ੇਬ ਦੀ ਇੱਕ ਨਾ ਮੰਨੀ। ਸਤਿਗੁਰੂ ਜੀ ਦੀ ਸਿੱਖਿਆ ਸਾਨੂੰ ਕੀ ਕਹਿੰਦੀ ਹੈ, ਅਸੀਂ ਕੀ ਕਰਦੇ ਹਾਂ, ਆਪਾਂ ਜਾਣਦੇ ਹਾਂ। ਗੁਰੂ ਹਰਿਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਜੀ ਇਵੇਂ 7 ਸਾਲ 8 ਮਹੀਨੇ 2 ਦਿਨ ਸੰਸਾਰ ਦੇ ਉੱਪਰ ਗੁਰੂ ਜੀ ਨੇ ਸਰੀਰ ਵਿੱਚ ਰਹਿ ਕੇ ਯਾਤਰਾ ਕੀਤੀ। ਜਦੋਂ ਜਮਨਾ ਦੇ ਕਿਨਾਰੇ ਦਿੱਲੀ ਵਿੱਚ ਸਰੀਰ ਸਤਿਗੁਰੂ ਜੀ ਨੇ ਤਿਆਗਿਆ ਅਤੇ ਸੱਚਖੰਡ ਪਿਆਨਾ ਕੀਤਾ ਸੀ,
ਬੇਅੰਤ ਸੰਗਤਾਂ ਦੀ ਮਹਾਂਮਾਰੀ ਫੈਲੀ ਹੋਈ ਦੂਰ ਕੀਤੀ, ਬਿਮਾਰੀ ਦੂਰ ਕੀਤੀ। ਅਤੇ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁੱਖ ਆਸਣਾਂ ਉੱਪਰ ਸੁੰਦਰ ਥਾਲ ਸਜਾ ਕੇ ਆਪਣੀ ਗੱਦੀ ਉੱਪਰ 5 ਪੈਸੇ, ਨਾਰੀਅਲ, ਚੰਦਨ ਨੂੰ ਘਸ ਕੇ ਵਿੱਚ ਥਾਲ 'ਚ ਰੱਖ ਕੇ 3 ਪ੍ਰਦਖਣਾ ਕੀਤੀਆਂ। 3 ਪ੍ਰਦਖਣਾ ਕਰਕੇ ਮੱਥਾ ਟੇਕਿਆ। ਇਹ ਬਚਨ ਕੀਤਾ, ਬਾਬਾ ਬਸੇ ਜੇ ਗ੍ਰਾਮ ਬਕਾਲੇ, ਬਣ ਗੁਰ ਸੰਗਤ ਸਗਲ ਸੰਭਾਲੇ। ਇਸ ਬਾਬਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੱਲ ਇਸ਼ਾਰਾ ਕੀਤਾ ਕਿ ਵਸਦੇ ਆ ਬਕਾਲੇ ਦੇ ਵਿੱਚ, ਆਪਣੀ ਸੰਗਤ ਨੂੰ ਗੁਰੂ ਬਣ ਕੇ ਤੇ ਸੰਭਾਲਣ। ਇਹ ਬਚਨ ਕਰ ਦਿੱਤਾ। ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵੰਸ਼ ਵਿੱਚੋਂ ਜੋ ਬਾਬਾ ਗੁਰਦਿੱਤਾ ਜੀ ਸਨ, ਉਹਨਾਂ ਦੇ ਹੱਥੋਂ ਗੁਰਤਾ ਦਾ ਥਾਲ ਭੇਜਿਆ। ਉਹ ਥਾਲ ਲੈ ਕੇ ਬਾਬਾ ਗੁਰਦਿੱਤਾ ਜੀ ਇੱਥੇ ਆਏ। ਸਤਿਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਵੇਂ ਕਿ ਕੁਝ ਸਮਾਂ ਗੁਪਤ ਰਹੇ ਸਨ, ਉਹ ਥਾਲ ਨੂੰ ਆਪਣੇ ਕੋਲ ਰੱਖ ਲਿਆ ਅਤੇ ਕਹਿ ਦਿੱਤਾ ਵੀ ਭਾਈ ਸਿੱਖਾ, ਸਾਨੂੰ ਪ੍ਰਗਟ ਨਹੀਂ ਕਰਨਾ ਹੈ, ਸਾਡਾ ਨਾਂ ਨਹੀਂ ਲੈਣਾ, ਬਾਹਰ ਦੱਸਣਾ ਨਹੀਂ ਹੈ ਕਿਸੇ ਨੂੰ। ਕੁਝ ਸਮਾਂ ਸੱਚੇ ਪਾਤਸ਼ਾਹ ਜੀ ਗੁਪਤ ਰਹੇ ਸਨ। ਫਿਰ ਮੱਖਣ ਸ਼ਾਹ ਲੁਬਾਣੇ ਦੀ ਜਦੋਂ ਇੱਛਾ ਪੂਰੀ ਕੀਤੀ, ਉਹਦਾ ਜਹਾਜ਼ ਪਾਰਲੇ ਪਾਸੇ ਸਮੁੰਦਰ ਦੇ ਲਾਇਆ। ਉਸ ਦਾ ਹੁੰਦੇ ਹੋਏ ਵਪਾਰ ਨੂੰ ਸਤਿਗੁਰ ਜੀ ਨੇ ਬਚਾਇਆ, ਉਹਦੀ ਲੱਜਿਆ ਰੱਖੀ, ਆਪਣਾ ਬਿਰਦ ਰੱਖਿਆ ਸੱਚੇ ਪਾਤਸ਼ਾਹ ਜੀ ਨੇ। ਫਿਰ ਮੱਖਣ ਸ਼ਾਹ ਲੁਬਾਣੇ ਨੇ ਸਤਿਗੁਰ ਜੀ ਨੂੰ ਬਕਾਲੇ ਦੇ ਵਿੱਚ ਪ੍ਰਗਟ ਕੀਤਾ ਸੀ। ਇਸ ਤਰ੍ਹਾਂ ਅੱਜ 2 ਦਿਹਾੜੇ ਹੈ। ਇੱਕ ਤੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ, ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਦਿਵਸ ਹੈ। ਮਹਾਰਾਜ ਜੀ ਦੇ ਚਰਨਾਂ ਉੱਪਰ ਬੇਅੰਤ ਪ੍ਰਣਾਮ। ਗੁਰੂ ਤੇਗ ਬਹਾਦਰ ਮਹਾਰਾਜ ਦਾ ਗੁਰਤਾ ਦਿਵਸ ਹੈ ਉਸ ਅੱਜ ਦੇ ਦਿਨ ਹੀ, ਕਿਉਂਕਿ ਜਦੋਂ ਗੁਰੂ ਜੀ ਨੇ ਬਚਨ ਹੀ ਕਰ ਦਿੱਤਾ, ਥਾਲ ਨੂੰ ਮੱਥਾ ਹੀ ਟੇਕ ਦਿੱਤਾ, 5 ਪੈਸੇ ਨਾਰੀਅਲ ਰੱਖ ਕੇ, ਕੇਸਰ ਵਿੱਚ ਚੰਦਨ ਰੱਖ ਕੇ ਅਤੇ ਗੁਰਤਾ ਬਖਸ਼ ਦਿੱਤੀ ਸੀ, ਜਿਹਦੇ ਕਰਕੇ ਅੱਜ ਹੀ ਗੁਰਤਾ ਦਿਵਸ ਹੈ ਮਹਾਰਾਜ ਗੁਰੂ ਤੇਗ ਬਹਾਦਰ ਜੀ ਦਾ। ਇਵੇਂ ਸਾਧ ਸੰਗਤ ਜੀ 1721 ਦੇ ਵਿੱਚ ਗੁਰੂ ਹਰਿਕ੍ਰਿਸ਼ਨ ਮਹਾਰਾਜ 1721 ਬਿਕਰਮੀ ਸੰਮਤ ਚੇਤਰ ਸੁਦੀ 14ਵੀਂ ਥਿੱਤ ਸੀ। ਚਾਨਣੇ ਪੱਖ ਸੀ, ਚੰਦਰਮਾ ਦਾ ਚੇਤ ਦਾ ਮਹੀਨਾ ਸੀ। 6 ਅਪ੍ਰੈਲ 1664 ਈਸਵੀ ਨੂੰ ਦਿੱਲੀ ਜਮਨਾ ਕਿਨਾਰੇ ਗੁਰਦੁਆਰਾ ਬਾਲਾ ਸਾਹਿਬ ਅਸਥਾਨ 'ਤੇ ਮਹਾਰਾਜ ਜੀ ਜੋਤੀ ਜੋਤ ਸਮਾ ਗਏ। ਉੱਤੇ ਅੱਜ ਦੇ ਦਿਨ ਹੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਗੁਰਤਾ ਬਖਸ਼ੀ ਸੀ। ਸਤਿਗੁਰੂ ਜੀ ਦੇ ਮਹਾਨ ਪਾਵਨ ਪਵਿੱਤਰ ਦਿਹਾੜੇ ਅੱਜ ਮਹਾਨ ਦਿਨ ਹਨ। ਸਮੇਂ ਦੀ ਚਾਲ ਕਰਕੇ ਗੁਰੂ ਕੇ ਸਥਾਨ ਜਿਹੜੇ ਸਾਰੇ ਬੰਦ ਪਏ ਹੋਣ ਕਰਕੇ ਅੱਜ ਸੰਗਤਾਂ ਗੁਰੂ ਕੀਆਂ ਦਿਹਾੜੇ ਨਹੀਂ ਮਨਾ ਸਕੀਆਂ। ਜਦੋਂ ਕਿ ਅੱਜ ਤੱਕ ਜਦੋਂ ਦਾ ਇਹ ਪੰਥ ਬਣਿਆ ਸੀ ਕਦੀ ਵੀ ਇਹੋ ਜਿਹੀ ਪਰੇਸ਼ਾਨੀ ਨਹੀਂ ਸੀ ਆਈ, ਪਰ ਐਸਾ ਹੁਣ ਕਲਯੁਗ ਦਾ ਭਿਆਨਕ ਸਮਾਂ ਵਰਤ ਰਿਹਾ ਹੈ, ਜਿਹਦੇ ਕਰਕੇ ਅੱਜ ਗੁਰੂ ਕੇ ਦਿਹਾੜੇ ਨੇ ਮਹਾਨ ਸੰਗਤਾਂ ਵੱਲੋਂ ਮਨਾਉਣ ਵਾਲੇ ਉਹ ਵੀ ਰਹਿ ਗਏ। ਅੱਗੇ ਵੀ ਆਉਣ ਵਾਲਾ ਦਿਹਾੜਾ ਵਿਸਾਖੀ ਆਦਿਕ ਉਹ ਵੀ ਇਸੇ ਤਰ੍ਹਾਂ ਲੰਘ ਲੁੰਘ ਜਾਣਾ ਹੈ। ਮਹਾਰਾਜ ਕਿਰਪਾ ਕਰਨ ਭਿਆਨਕ ਸਮੇਂ ਨੂੰ ਸੱਚੇ ਪਾਤਸ਼ਾਹ ਜੀ ਆਪਣੀ ਮਰਜ਼ੀ ਨਾਲ ਹੀ ਆਪ ਸਮੇਟਣਗੇ, ਕਿਉਂਕਿ ਸਤਿਗੁਰ ਸਭਨਾਂ ਦਾ ਭਲਾ ਮਨਾਏਦਾ, ਤਿਸ ਦਾ ਬੁਰਾ ਕਿਉਂ ਹੋਏ। ਗੁਰੂ ਸਾਰਿਆਂ ਦਾ ਭਲਾ ਕਰਦੇ ਹੈ। ਮਹਾਰਾਜ ਸਾਡੀਆਂ ਕਾਲੀਆਂ ਕਰਤੂਤਾਂ ਨੂੰ ਦੇਖ ਦੇਖ ਕੇ ਸੱਚੇ ਪਾਤਸ਼ਾਹ ਕੁਝ ਜਿਹੜਾ ਸਮੇਂ ਨਾਲ ਕਰਦੇ, ਕੋਈ ਵੱਖਰੀ ਗੱਲ ਨਹੀਂ ਹੈ। ਜਿਹੜੇ ਇਤਿਹਾਸ ਪੜ੍ਹਦੇ ਹੈ, ਜਿਨ੍ਹਾਂ ਨੇ ਕੋਈ ਵਿੱਦਿਆ ਪੜ੍ਹੀ ਹੈ, ਪੁਰਾਣ ਆਦਿਕ, ਉਹਨਾਂ ਨੂੰ ਸਭ ਪਤਾ ਹੈ। ਪੁਰਾਣਾਂ ਵਿੱਚ ਸਭ ਲਿਖਿਆ ਹੈ, ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਸਭ ਲਿਖਿਆ ਹੈ। ਹਜੇ ਤਾਂ ਇੰਨਾ ਭਿਆਨਕ ਸਮਾਂ ਆਉਣਾ ਹੈ ਕਿ ਸੁਣਨੋਂ ਬਾਰਾ ਹੈ। ਉਹਦੀ ਕਥਾ ਸੁਣਨ ਵੇਲੇ ਵੀ ਕਈ ਕੰਬ ਜਾਣਗੇ, ਇਹੋ ਜਿਹਾ ਸਮਾਂ ਹਜੇ ਆਉਣਾ ਹੈ।
ਇਹੋ ਜਿਹੀਆਂ ਗੱਲਾਂ ਜਿਹੜੀਆਂ ਸੁਣ ਕੇ ਅਸੀਂ ਕਹਿਣਾ ਵੀ ਇਹਦੇ ਨਿਰਾ ਹੀ ਝੂਠ ਹੈ, ਇਹਦੇ ਫਾਲਤੂ ਦੀ ਗੱਲ ਹੈ। ਪਰ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰ ਕਾ ਬਚਨ ਅਟਲ ਅਛੇਦ, ਗੁਰ ਕਾ ਬਚਨ ਕਤਹੁ ਨਾ ਜਾਏ। ਮਹਾਰਾਜ ਦਾ ਬਚਨ ਕਦੇ ਵਿਅਰਥ ਨਹੀਂ ਜਾਂਦਾ, ਇਹਦੇ ਸਮੇਂ ਸਮੇਂ ਨਾਲ ਵਰਤਦਾ ਆਇਆ ਹੈ। ਗੁਰੂ ਕੇ ਸਿੱਖਾਂ ਨੇ, ਕਮਾਈ ਵਾਲੀਆਂ ਰੂਹਾਂ ਨੇ ਉਸ ਸਮਿਆਂ ਨੂੰ ਟਾਲ ਕੇ ਵੀ ਮਹਾਰਾਜ ਦੇ ਚਰਨਾਂ 'ਚ ਹਾਜ਼ਰੀਆਂ ਭਰਦੇ ਰਹੇ ਹੈ। ਅੱਜ ਜਿਹੋ ਜਿਹੀ ਕਮਾਈ ਹੈ ਉਹੋ ਜਿਹੀ ਸਾਡੀ ਵਿਚਾਰ ਹੈ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਨੂੰ ਭਗਤੀ ਜੀਵਨ ਬਖਸ਼ਣ, ਨਾਸਤਕ ਪੁਣਾ ਸਾਡਾ ਮਾਰ ਛਡਾ ਦੇਣ, ਜਿਹਦੇ ਕਰਕੇ ਅਸੀਂ ਜਿਹੜੀਆਂ ਆਪਣੀ ਮਰਜ਼ੀ ਦੇ ਗੱਲਾਂ ਗੁੱਲਾਂ ਕਰਦੇ ਉਹਨਾਂ ਤੋਂ ਹਟ ਜਾਈਏ। ਸਤਿਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਆਪਾਂ ਕਥਾ ਸਰਵਣ ਕਰਦੇ ਆ ਰਹੇ ਉਹ ਆਪਾਂ ਸਰਵਣ ਕਰੀਏ। ਪਿਤਾ ਕਲਿਆਣ ਚੰਦ ਜੀ ਸੁਲਤਾਨਪੁਰ ਲੋਧੀ ਗਏ ਹੈ। ਗੁਰੂ ਨਾਨਕ ਸਾਹਿਬ ਜੀ ਨੂੰ ਮੋਦੀ ਖਾਨੇ ਦੀ ਕਾਰ ਕਰਦਿਆਂ ਵੇਖ ਕੇ ਕਹਿਣ ਲੱਗੇ, ਪੁੱਤਰ ਆ ਕੰਮ ਤੇ ਚੰਗਾ ਹੋ ਰਿਹਾ, ਕਿੰਨੀ ਕੁ ਕਮਾਈ ਕਰ ਲਈ ਹੈ? ਮਹਾਰਾਜ ਕਹਿੰਦੇ, ਪਿਤਾ ਜੀ ਕਮਾਈ ਤਾਂ ਕੀਤੀ ਹੈ ਬਹੁਤ, ਇੱਧਰ ਹੱਥ ਆਉਂਦੀ ਹੈ ਦੂਸਰੇ ਹੱਥ ਚਲੀ ਜਾਂਦੀ ਹੈ, ਕਿਉਂਕਿ ਮਹਾਰਾਜ ਦੀ ਵੀ ਆਪਣੀ ਮੌਤ ਸੀ। ਸੱਚੇ ਪਾਤਸ਼ਾਹ ਜੀ ਕੋਈ ਸਾਡੇ ਵਾਂਗ ਪੈਸੇ ਕਮਾ ਕੇ ਕੋਈ ਘਰ ਖੜੇ ਕਰਨੇ ਨਹੀਂ ਸੀ ਚਾਹੁੰਦੇ। ਇੱਧਰੋਂ ਮਹਾਰਾਜ ਲੈਂਦੇ ਲੋਧੀ ਖਾਂ ਕੋਂ ਪੈਸੇ, ਇੱਧਰ ਸੌਦਾ ਪਾ ਕੇ ਗੁਰੂ ਜੀ ਸਾਰਾ ਗਰੀਬ ਫਕੀਰਾਂ ਨੂੰ ਦੇ ਦਿੰਦੇ ਹੈ। ਈਰਖਾਲੂ ਲੋਕ ਵੇਖ ਕੇ ਨਿੰਦਿਆ ਕਰਦੇ, ਮਹਾਰਾਜ ਦੀ ਪੇਟ ਲੁਟਾਈ ਜਾ ਰਿਹਾ ਹੈ, ਇੱਕ ਦਿਨ ਘਾਟਾ ਹੋਊਗਾ ਇਹਨੂੰ, ਜੈ ਰਾਮ ਵੀ ਫੜਿਆ ਜਾਵੇਗਾ, ਗੁਰੂ ਨਾਨਕ ਸਾਹਿਬ ਵੀ ਫੜੇ ਜਾਣਗੇ, ਜੇਲ੍ਹ 'ਚ ਸੜਨਗੇ। ਇੱਕ ਕਹਿੰਦੇ ਨਹੀਂ ਭਾਈ, ਮਹਾਰਾਜ ਖੁੱਲ੍ਹਾ ਦਾਨ ਦੇ ਰਹੇ ਹੈ, ਜਿਸ ਕਰਕੇ ਬਰਕਤ ਹੈ ਬਹੁਤ, ਤਾਂ ਹੀ ਮਹਾਰਾਜ ਦਾ ਘਟਦਾ ਨਹੀਂ ਹੈ ਜੇ ਸੌਦਾ ਪਾਇਆ ਹੋਇਆ ਹੈ। ਪਿਤਾ ਜੀ ਕਹਿੰਦੇ, ਪੁੱਤਰ ਕਿੰਨੀ ਕਮਾਈ ਕੀਤੀ? ਮਹਾਰਾਜ ਕਹਿੰਦੇ, ਪਿਤਾ ਜੀ ਇੱਕ ਬਰਾਬਰ ਹੀ ਹੈ, ਨਾ ਤਾਂ ਆਮਦਨੀ ਹੈ ਬਹੁਤੀ ਅਤੇ ਨਾ ਖਰਚਾ ਹੈ, ਸਮਾਨ ਹੀ ਕੰਮ ਚੱਲ ਰਿਹਾ ਹੈ। ਸੁਣ ਕੇ ਤੇ ਫਿਰ ਇੰਨਾ ਗੁੱਸੇ 'ਚ ਆਏ, ਕਹਿਣ ਲੱਗ ਪਏ, ਉਹ ਪੁੱਤਰ ਤੂੰ ਮੇਰੇ ਘਰ ਪੈਦਾ ਤੇ ਹੋ ਗਿਆ ਹੈ, ਆ ਤੂੰ ਇੱਕ ਵੀ ਮੈਨੂੰ ਕੌਡੀ ਨਹੀਂ ਖੱਟ ਕੇ ਦਿੱਤੀ, ਮੈਂ ਤਾਂ ਤੈਨੂੰ ਪੈਦਾ ਕਰਕੇ ਦੁੱਖ ਹੀ ਹਮੇਸ਼ਾ ਪਾਇਆ ਹੈ, ਅਤੇ ਹੁਣ ਵੀ ਮੈਂ ਤੈਨੂੰ ਕਹਿੰਦਾ ਜਿਹੜੇ ਤੂੰ ਪੈਸਾ ਧੇਲਾ ਮੇਰਾ ਪਹਿਲਾਂ ਗਵਾ ਚੁੱਕਾ ਹੈ, ਉਹ ਮੈਨੂੰ ਕਮਾ ਕੇ ਦੇ, ਮੈਂ ਇੱਥੇ ਪੈਸੇ ਲੈਣ ਆਇਆ, ਤੂੰ ਕਹਿੰਦਾ ਕੌਡੀ ਕੋਈ ਨਹੀਂ ਕਮਾਈ ਹੈ। ਬਥੇਰੀਆਂ ਗੱਲਾਂ ਆਦਿ ਕਰਕੇ ਅਖੀਰੀ ਪ੍ਰੇਮ ਮਨ 'ਚ ਮੋਹ ਆ ਹੀ ਜਾਂਦਾ ਹੈ। ਅਤੇ ਸੁਣ ਕੇ ਫਿਰ ਚਲੇ ਗਏ ਸਪੁੱਤਰੀ ਨਾਨਕੀ ਜੀ ਦੇ ਘਰ, ਉੱਥੇ ਜੈ ਰਾਮ ਆਦਿਕ ਨੂੰ ਮਿਲੇ ਹੈ। ਮਿਲ ਜੁਲ ਕੇ ਫਿਰ ਕਿਹਾ ਵੀ ਵੇਖੋ, ਗੁਰੂ ਨਾਨਕ ਸਾਹਿਬ ਜੀ ਨੂੰ ਤੁਹਾਡੇ ਕੋਲ ਭੇਜਿਆ ਸੀ, ਤੁਹਾਨੂੰ ਚਾਹੀਦਾ ਸੀ ਸਮਝਾਉਂਦੇ ਬੁਝਾਉਂਦੇ, ਉਹ ਤਾਂ ਤੁਸੀਂ ਉਹ ਕਦੇ ਫੇਰਾ ਨਹੀਂ ਮਾਰਦੇ, ਉੱਧਰ ਉਹ ਪੈਸਾ ਸਾਰਾ ਲੁਟਾਈ ਜਾ ਰਹੇ ਹੈ, ਤੁਹਾਨੂੰ ਚਾਹੀਦਾ ਸੀ ਵੀ ਉਹਨਾਂ ਦਾ ਧਿਆਨ ਰੱਖਦੇ, ਅਤੇ ਨਾ ਤੁਸੀਂ ਕੋਈ ਵਿਆਹ ਸ਼ਾਦੀ ਕੀਤੀ ਉਹਦੀ। ਇਹੋ ਜਿਹੀਆਂ ਆਦਿਕ ਬਹੁਤ ਗੱਲਾਂ ਵਿਚਾਰਾਂ ਕੀਤੀਆਂ ਆਪ ਜੀ ਨੇ ਪ੍ਰਸੰਗ ਕੱਲ੍ਹ ਸਰਵਣ ਕਰ ਹੀ ਲਏ ਹਨ। ਅੱਗੇ ਸਤਿਗੁਰੂ ਨਾਨਕ ਸਾਹਿਬ ਜੀ ਦੀ ਜਿਵੇਂ ਕਥਾ ਆ ਰਹੀ ਹੈ, ਆਓ ਆਪਾਂ ਵਿਚਾਰ ਸਤਿਗੁਰ ਜਿੰਨੀ ਮੱਤ ਬਖਸ਼ਣ ਆਪਾਂ ਕਰੀਏ। ਗੁਰੂ ਚਰਨਾਂ 'ਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਵਾਲੇ ਕੋ ਬੁਲਵਾਏ ਕੈ। ਪਿਤਾ ਕਲਿਆਣ ਚੰਦ ਜੀ ਦਾ ਮਨ ਜਿਹੜਾ ਮਾਇਆ ਵੱਲੋਂ ਮੁੜਦਾ ਨਹੀਂ ਹੈ। ਕਹਿੰਦੇ ਹੈ ਆਪਣੇ ਜਵਾਈ ਜੈ ਰਾਮ ਜੀ ਨੂੰ, ਸਪੁੱਤਰੀ ਬੇਬੇ ਨਾਨਕੀ ਜੀ ਨੂੰ, ਕਿ ਵੇਖੋ ਹੁਣ ਜਿਹੜੇ ਸਾਡੇ ਪੁੱਤਰ ਹੈ ਅਤੇ ਇਹਨਾਂ ਨੂੰ ਕੱਖਾਂ ਦੀ ਪੰਡ ਹੋਵੇ ਲੱਖਾਂ ਦੀ ਪੰਡ ਹੋਵੇ, ਇੱਕ ਸਮਾਨ ਹੀ ਹੈ। ਤੁਸੀਂ ਇੰਝ ਕਰਿਆ ਕਰੋ, ਹੁਣ ਜੇ ਕਿਤੇ ਵੇਖੋ ਵੀ ਹਿਸਾਬ ਕਿਤਾਬ ਲੇਖਾ ਜੋਖਾ ਹੋਇਆ ਅਤੇ ਪੈਸਾ ਕੋਈ ਵੱਧਦਾ ਹੈ, ਅਤੇ ਤੁਸੀਂ ਕਿਸੇ ਨਾ ਕਿਸੇ ਤਰ੍ਹਾਂ ਖਿਸਕਾ ਲੈਣਾ ਹੈ। ਇਹੋ ਜਿਹਾ ਢੰਗ ਤਰੀਕਾ ਕਰਨਾ ਵੀ ਜਿਵੇਂ ਪੈਸੇ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਆਪਣੇ ਹੱਥ ਵਿੱਚ ਲੈ ਲਓ। ਅਤੇ ਫਿਰ ਕਿਹਾ ਹੈ ਕਿ ਇਸ ਤਰ੍ਹਾਂ ਜੋ ਨਾਲ ਦੇ ਸਾਥੀ ਹੈ ਭਾਈ ਬਾਲਾ, ਵੀ ਉਹਨੂੰ ਵੀ ਸਦਵਾ ਕੇ ਬੁਲਾ ਕੇ
ਦੇਹੋ ਤਿਸੈ ਸਮਝਾਏ। ਕਿ ਉਸ ਨੂੰ ਵੀ ਆ ਸਮਝਾ ਬੁਝਾ ਦਿੰਦੇ ਆ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਇਵੇਂ ਪੈਸੇ ਜਿਹੜੇ ਆਪਾਂ ਹੱਥ 'ਚ ਕਰ ਲਿਆ ਕਰੀਏ। ਹਮ ਤੁਮ ਮਿਲਤੇ ਸੋ ਕਹੈ। ਮੈਂ ਤੇ ਇਸੇ ਤਰ੍ਹਾਂ ਸੁਪੁੱਤਰੀ ਨਾਨਕੀ ਤੁਸੀਂ ਵੀ ਸੁਪੁੱਤਰ ਜੈ ਰਾਮ ਆ ਮਿਲ ਜੁਲ ਕੇ ਉਹਨਾਂ ਦੇ ਨਾਲ ਇਵੇਂ ਕਹਿਣਾ ਕਰੀਏ। ਲਹਿ ਬਾਤ ਮਨਾਏ। ਤੇ ਭਾਈ ਬਾਲੇ ਨੂੰ ਵੀ ਗੱਲ ਜਿਹੜੀ ਮਨਾ ਲੈਨੇ ਆਪਣੇ ਵੱਲੋਂ ਤੇ ਉਹ ਗੁਰੂ ਨਾਨਕ ਸਾਹਿਬ ਨੂੰ ਅੱਗੇ ਮਨਾ ਲਵੇਗਾ। ਹਾਕਲ ਛੰਦ ਜੈ ਰਾਮ ਬੋਲ ਤਤਕਾਲਾ। ਭਾਈਆ ਜੈ ਰਾਮ ਜੀ ਨੇ ਸੁਣ ਕੇ ਕਿਵੇਂ ਕਹਿ ਰਹੇ ਪਿਤਾ ਕਲਿਆਣ ਚੰਦ ਜੀ ਉਸੇ ਵੇਲੇ ਬੜੀ ਛੇਤੀ ਬੋਲ ਕੇ ਪਠ ਦਾਸ ਬੁਲਾਇਓ ਬਾਲਾ। ਇੱਕ ਦਾਸ ਨੂੰ ਆਵਾਜ਼ ਮਾਰੀ ਹੈ, ਦਾਸ ਨੂੰ ਭੇਜਿਆ ਤੇ ਭਾਈ ਬਾਲੇ ਨੂੰ ਬੜੀ ਛੇਤੀ ਬੁਲਾਇਆ ਕੋਲ। ਜਬ ਬੈਸਿਓ ਬਚਨ ਬਖਾਨੇ। ਜਦੋਂ ਭਾਈ ਬਾਲਾ ਜੀ ਆ ਕੇ ਜੈ ਰਾਮ ਦੇ ਘਰ ਆ ਕੇ ਬੈਠ ਗਏ ਹੈ ਫਿਰ ਬਚਨ ਕਹੇ ਆਪਣੇ ਵੱਲੋਂ। ਤੁਮ ਨਾਨਕ ਮੀਤ ਸੋ ਜਾਣੇ। ਕਿਹੇ ਭਾਈ ਬਾਲੇ ਤੂੰ ਤੇ ਗੁਰੂ ਨਾਨਕ ਸਾਹਿਬ ਜੀ ਦਾ ਸੁਗੜ ਸਜਾਨ ਅਸਲੀ ਮਿੱਤਰ ਹੈ। ਹਾਂ ਤੁਮ ਕੋ ਜਾਣਤ ਆਸੇ। ਪਿਤਾ ਕਲਿਆਣ ਚੰਦ ਜੀ ਕਹਿਣ ਲੱਗੇ ਕਿ ਬਾਲੇ ਪੁੱਤਰ ਅਸੀਂ ਤੇ ਤੈਨੂੰ ਇਸ ਤਰ੍ਹਾਂ ਜਾਣਦੇ ਸਮਝਦੇ ਹਾਂ। ਸੁਤ ਨਾਨਕ ਹੈ ਮਮ ਜੈਸੇ। ਅੱਜ ਜਿਸ ਤਰ੍ਹਾਂ ਮੇਰੇ ਗੁਰੂ ਨਾਨਕ ਸਾਹਿਬ ਜੀ ਪੁੱਤਰ ਹੈ ਨਾ ਇਸੇ ਤਰ੍ਹਾਂ ਬਾਲੇ ਸੁਪੁੱਤਰ ਤੈਨੂੰ ਅਸੀਂ ਆਪਣੇ ਪੁੱਤਰ ਵਾਂਗ ਹੀ ਸਮਝਦੇ ਜਾਣਦੇ ਹਾਂ। ਕਰ ਤਾਂ ਕੀ ਅਬ ਰਖਵਾਰੀ। ਤੇ ਹੁਣ ਤੈਨੂੰ ਚਾਹੀਦਾ ਵੀ ਗੁਰੂ ਨਾਨਕ ਸਾਹਿਬ ਜੀ ਦੀ ਤੂੰ ਰਖਵਾਲੀ ਕਰਿਆ ਕਰ। ਧਨ ਬਿਰਥਾ ਦੇਵ ਨਾ ਡਾਰੀ। ਉਹ ਕਿਵੇਂ ਪੈਸੇ ਨੂੰ ਜਿਹੜਾ ਵਾ ਦਈ ਜਾਂਦੇ ਆ ਸੁੱਟੀ ਜਾਂਦੇ ਆ ਤੂੰ ਰਖਵਾਲੀ ਕਰਿਆ ਕਰਕੇ ਜਿਸ ਕਰਕੇ ਪੈਸਾ ਨਾ ਕਿਸੇ ਨੂੰ ਦੇਣ ਤੇ ਨਾ ਆ ਜਾਈ ਐਵੇਂ ਗਵਾਉਣ ਸੁੱਟਣ। ਤੁਝ ਸੰਗ ਰਹੇ ਕੀ ਲਾਜਾ। ਹੁਣ ਤੂੰ ਬਾਲੇ ਹਰ ਵਕਤ ਰਹਿਣਾ ਹੈ ਤੇ ਨਾਲ ਰਹੇ ਦੇ ਕਰਕੇ ਤੈਨੂੰ ਨਾ ਭਾਈ ਬਾਲੇ ਸਾਰੇ ਇਹ ਲੱਜਾ ਹੈ ਸ਼ਰਮ ਹੈ। ਧਨ ਜਾਵਹਿ ਨਹੀਂ ਅਕਾਜਾ। ਇਹੋ ਜਿਹਾ ਕੰਮ ਕਰ ਕਿ ਜਿਹੜਾ ਬਿਨਾਂ ਕੰਮ ਤੋਂ ਧਨ ਨਾ ਕਿਤੇ ਇੱਧਰ ਉੱਧਰ ਜਾਵੇ ਫਜ਼ੂਲੀ ਦਾ ਖਰਚਾ ਨਾ ਹੋਵੇ। ਸੁਨ ਕਾਲੂ ਤੇ ਤਿਹ ਕਾਲਾ। ਸੁਣ ਕੇ ਪਿਤਾ ਕਾਲੂ ਜੀ ਤੋਂ ਉਸ ਸਮੇਂ ਰਿਸ ਈਖਦ ਕਰ ਕਹਿ ਬਾਲਾ। ਆਰਾ ਜਿਹੜੀ ਈਰਖਾ ਜੀ ਥੋੜੀ ਈਰਖਾ ਗੁੱਸਾ ਜਿਹਾ ਥੋੜਾ ਕਰਕੇ ਤੇ ਭਾਈ ਬਾਲਾ ਜੀ ਐਵੇਂ ਕਹਿਣ ਲੱਗੇ ਹਮ ਲੋਭ ਨਹੀਂ ਮਨ ਰਾਈ। ਪਿਤਾ ਕਾਲੂ ਜੀ ਸਾਡੇ ਮਨ ਵਿੱਚ ਤਿਆ ਰਾਈ ਮਾਤਰ ਭੂਰਾ ਮਾਤਰ ਵੀ ਲੋਭ ਨਹੀਂ ਹੈ। ਕਿਉ ਮਹਤਾ ਜੀ ਭਰਮਾਈ। ਤੇ ਤਹੀਂ ਹੈ ਮਹਿਤਾ ਚੌਧਰੀ ਪਟਵਾਰੀ ਜੀ ਪਿਤਾ ਕਲਿਆਣ ਚੰਦ ਜੀ ਦੀ ਮਹਿਤਾ ਗੋਤ ਵੀ ਸੀ ਜਿਵੇਂ ਸਕੂਲਾਂ ਦੀਆਂ ਕਿਤਾਬਾਂ ਵਿੱਚ ਲਿਖਿਆ ਹੁੰਦਾ ਕਿ ਮਹਿਤਾ ਕਾਲੂ ਜੀ। ਕਾਲੂ ਜੀ ਦੇ ਨਾਮ ਸੀ ਕਲਿਆਣ ਚੰਦ ਪੂਰਾ ਨਾਮ ਤੇ ਮਹਿਤਾ ਗੋਤ ਸੀ। ਮਹਿਤੇ ਦਾ ਅਰਥ ਚੌਧਰੀ ਵੀ ਪਟਵਾਰੀ ਵੀ ਕਰ ਲਈਦਾ ਹੈ। ਭਾਈ ਬਾਲਾ ਜੀ ਕਹਿੰਦੇ ਕਿ ਪਟਵਾਰੀ ਜੀ ਪਿਤਾ ਕਲਿਆਣ ਚੰਦ ਜੀ ਤੁਸੀਂ ਕਿਉਂ ਐਵੇਂ ਭਰਮਾਈ ਜਾਂਦੇ ਹੋ ਸਾਨੂੰ। ਨਹਿ ਲਾਲਸ ਹੈ ਕੁਛ ਅਸਨਾ। ਸਾਨੂੰ ਤੇ ਕੋਈ ਭੋਜਨ ਦਾ ਵੀ ਲਾਲਚ ਨਹੀਂ ਹੈ ਇੱਛਾ ਨਹੀਂ ਹੈ ਕਿ ਚੰਗਾ ਚੋਖਾ ਬਣਾ ਕੇ ਤੜਕੇ ਆਦਿਕ ਲਾ ਕੇ ਖਾਈਏ। ਨਹਿ ਕਰਤ ਫਜ਼ੂਲੀ ਬਸਨਾ। ਤੇ ਫਿਰ ਸਾਨੂੰ ਇਹ ਵੀ ਚਾਹਨਾ ਨਹੀਂ ਹੈ ਕਿ ਜਿਹੜਾ ਫਜ਼ੂਲ ਦਾ ਖਰਚਾ ਕਰਕੇ ਤੇ ਚੰਗੇ ਜਿਹੜੇ ਕੱਪੜੇ ਪਾਈਏ ਵੀ ਬੰਨ ਠਣ ਕੇ ਰਹੀਏ ਤੇ ਇਹੋ ਜਿਹੀ ਕੋਈ ਇੱਛਾ ਹੀ ਨਹੀਂ ਕਰਦੇ। ਜਿਹੋ ਜਿਹਾ ਮਾੜਾ ਚੰਗਾ ਪਾ ਕੇ ਖਾ ਕੇ ਟਾਈਮ ਕੱਟਦੇ ਆ ਰੱਖ ਗਰੀਬੀ ਵੇਸ ਗੁਰੂ ਦੇ ਬਚਨਾਂ ਤੇ ਚੱਲ ਕੇ ਰਹਿੰਦੇ ਆ। ਪਰਮੇਸ਼ਰ ਨਾਨਕ ਰੂਪਾ। ਬਾਕੀ ਵੀ ਜੋ ਗੁਰੂ ਨਾਨਕ ਦੇ ਮਹਾਰਾਜ ਉਹਦੇ ਪਰਮੇਸ਼ਰ ਰੂਪ ਹਨ। ਉਪਕਾਰੀ ਸੰਤ ਅਨੂਪਾ। ਗਰੀਬਾਂ ਨਾਥਾਂ ਦੇ ਭਲਾ ਕਰਨ ਵਾਸਤੇ ਉਪਕਾਰੀ ਹੈ ਤੇ ਸੰਤ ਸਾਧੂ ਹੈ ਅਨੂਪਮ ਅਨੋਖੇ ਸੁੰਦਰ। ਇਸ ਸੰਗਤ ਹੋਤ ਉਧਾਰੋ। ਤੁਸੀਂ ਕਹਿ ਰਹੇ ਹੋ ਵੀ ਉਹਨਾਂ ਦੀ ਮੈਂ ਰਖਵਾਲੀ ਕਰਾਂ ਮੈਂ ਕਹਿੰਦਾ ਹਾਂ
ਕਿ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਕਰਕੇ ਦੇ ਸਾਡੇ ਵਰਗਿਆਂ ਦਾ ਉਧਾਰ ਹੋ ਰਿਹਾ ਹੈ। ਮਨ ਸਵਹਿ ਹੈ ਸ਼ਰਧਾ ਧਾਰ। ਤੇ ਅਸੀਂ ਤੇ ਐਸੀ ਸ਼ਰਧਾ ਧਾਰੀ ਹੋਈ ਹੈ ਕਿ ਸ਼ਰਧਾ ਐਸੀ ਪੱਕੀ ਕੀਤੀ ਹੋਈ ਹੈ ਕਿ ਅਸੀਂ ਸਾਡਾ ਤੇ ਮਨ ਜਿਹੜਾ ਹੈ ਉਹ ਤੇ ਸਵਰ ਰਿਹਾ, ਸਾਡਾ ਤੇ ਜਨਮ ਸਵਰ ਰਿਹਾ ਮਹਾਰਾਜ ਨਾਲ ਰਹਿ ਕੇ। ਹਮ ਪਾਈ ਦੁਰਲਭ ਦੇਹਾ। ਵੇਖੋ ਪਿਤਾ ਕਲਿਆਣ ਚੰਦ ਜੀ, ਆ ਮਨੁੱਖ ਨੇ ਕਿੱਡੀ ਔਖੀ ਵੇਲੋ ਦੇਹ ਪਾਈ ਹੈ ਸਰੀਰ ਮਨੁੱਖਾਂ ਦਾ। ਭਵ ਤਾਰੋਂ ਕਾਰਜ ਏਹਾ। ਇਹ ਸੰਸਾਰ ਤੋਂ ਤਰਨਾ ਹੈ ਇਹ ਦੇਹ ਪਾ ਕੇ, ਇਹ ਮਨੁੱਖ ਦਾ ਕੰਮ, ਪਰ ਮਨੁੱਖ ਸਮਝਦਾ ਨਹੀਂ ਹੈ। ਇਸੇ ਤਰ੍ਹਾਂ ਕਹਿੰਦੇ ਆ ਕਿ ਵੇਖੋ ਕਠਨ ਦੇਹ ਪਾਈ ਹੈ ਸਰੀਰ, ਤੇ ਸਾਡਾ ਤੇ ਇਹੀ ਕੰਮ ਹੈ ਕਿ ਮਹਾਰਾਜ ਦੀ ਸੇਵਾ ਕਰਕੇ ਸੰਸਾਰ ਸਮੁੰਦਰ ਤੋਂ ਤਰਨਾ ਹੈ, ਭਵਜਲ ਪਾਰ ਲੰਘਣਾ ਹੈ। ਸੁਨ ਮਹਤਾ ਤੁਝ ਧਨ ਚਾਹਾ। ਬਾਕੀ ਵੀ ਮਹਿਤਾ ਪਟਵਾਰੀ ਸਾਹਿਬ ਜੀ ਸੁਣੋ, ਜੇ ਤੁਹਾਨੂੰ ਆ ਪੈਸਾ ਚਾਹੀਦਾ ਹੈ ਰਹੁ ਨਾਨਕ ਸੁਤ ਕੀ ਪਾਹਾ। ਤੇ ਤੁਸੀਂ ਨਾ ਫਿਰ ਇੰਜ ਕਰੋ, ਗੁਰੂ ਨਾਨਕ ਸਾਹਿਬ ਆਪਣੇ ਸੁਪੁੱਤਰ ਦੇ ਕੋਲ ਹੀ ਰਹੋ। ਮਮ ਇੱਛਾ ਉਰ ਮਹਿ ਏਹੀ। ਬਾਕੀ ਮੇਰੀ ਤੁਸੀਂ ਜਿਹੜੀ ਗੱਲ ਕਰਦੇ ਹੋ, ਮੇਰੇ ਦੇ ਮਨ ਵਿੱਚ, ਮੇਰੇ ਹਿਰਦੇ ਦੀ ਤੇ ਇਹੀ ਇੱਛਾ ਹੈ ਮਹਿ ਆਇਸ ਮੇਟਵ ਕੇਹੀ। ਕਿ ਮੈਂ ਜਿੰਨਾ ਚਿਰ ਜਿੰਦਾ ਰਹਾ ਗੁਰੂ ਨਾਨਕ ਸਾਹਿਬ ਜੀ ਦੀ ਕਦੇ ਵੀ ਕੋਈ ਵੀ ਆਗਿਆ ਨਾ ਮੇਟਾਂ, ਕਦੇ ਉਲਟਾ ਨਾ ਕਵਾਂ ਕਿ ਮਹਾਰਾਜ ਮੈਂ ਨਹੀਂ ਆ ਕੰਮ ਕਰਨਾ। ਕਛ ਦਰਬ ਨਾ ਪ੍ਰੀਹਾ ਮੇਰੇ। ਤੁਸੀਂ ਕਹਿੰਦੇ ਹੋ ਕਿ ਪੈਸੇ ਦੀ ਮੈਂ ਰਖਵਾਲੀ ਕਰਾਂ, ਪਿਤਾ ਜੀ ਪੈਸੇ ਦੀ ਤੇ ਮੇਰੇ ਅੰਦਰ ਕੋਈ ਆ ਪ੍ਰੀਤੀ ਇੱਛਾ ਹੈ ਹੀ ਨਹੀਂ ਕਿ ਪੈਸਾ ਜੋੜਾਂ। ਜੇ ਮਨ ਮਹਿ ਲਾਲਸ ਤੇਰੇ। ਬਾਕੀ ਜੇ ਤੁਹਾਡੇ ਮਨ 'ਚ ਕੋਈ ਲਾਲਸ ਹੈ, ਕੋਈ ਚਾਹਨਾ ਹੈ, ਰਹੁ ਨਾਨਕ ਸੁਤ ਕੇ ਪਾਸੂ। ਫਿਰ ਤੇ ਤੁਸੀਂ ਇਹੀ ਕੰਮ ਕਰ ਲਓ ਵੀ ਸੁਲਤਾਨਪੁਰ ਗੁਰੂ ਨਾਨਕ ਸਾਹਿਬ ਸੁਪੁੱਤਰ ਦੇ ਕੋਲ ਹੀ ਰਹੋ। ਲੈ ਆਵਹੋ ਇਹਾਂ ਅਵਾਸੂ। ਜਿਹੜਾ ਤੁਹਾਡਾ ਰਾਏ ਭੋਏ ਦੀ ਤਲਵੰਡੀ ਵਿਖੇ ਸਾਰਾ ਸਾਜੋ ਸਮਾਨ ਹੈ, ਜੋ ਭਾਂਡਾ ਟੀਂਡਾ ਹੈ, ਕੱਪੜੇ ਵਸਤਰ ਆਦਿਕ ਹੈ, ਉਹ ਸਾਰਾ ਕੁਝ ਤੁਸੀਂ ਲੈ ਕਰਕੇ ਤੇ ਇੱਥੇ ਸੁਲਤਾਨਪੁਰ ਵਿੱਚ ਹੀ ਮਕਾਨ ਘਰ ਪਾ ਲਓ। ਜੋ ਖਰਚਾ ਤੇ ਵੱਧ ਜਾਵੇ। ਤੇ ਜੋ ਮਹਾਰਾਜ ਮੋਦੀ ਖਾਨੇ ਦਾ ਕੰਮ ਕਰਕੇ ਖਰਚਾ ਕਰਨਗੇ, ਬਾਕੀ ਉਹਦੇ ਵਿੱਚ ਜਿਹੜਾ ਵੱਧ ਜਾਊਗਾ ਕੋਈ ਨਫਾ ਹੋ ਜਾਊਗਾ। ਰਹੋ ਲੇਵਤ ਜੋ ਕਰ ਆਵੇ। ਤੇ ਤੁਸੀਂ ਇੱਥੇ ਰਹੋ, ਤੁਹਾਡੇ ਹੱਥ ਜੋ ਆਊਗਾ ਤੇ ਉਹ ਇੱਥੇ ਫੜ ਫੁੜ ਕੇ ਲੈਂਦੇ ਰਹੋ। ਬਿਤ ਹੋਏ ਨਾ ਹਮਰੇ ਪਾਸਾ। ਬਾਕੀ ਮੈਂ ਤੇ ਸਿੱਧੀ ਗੱਲ ਕਹਿਣਾ ਹਾਂ ਕਿ ਤੁਹਾਡੇ ਵਾਸਤੇ ਜਿਹੜੀ ਮਾਇਆ ਪੈਸਾ ਹੈ ਉਹ ਤੇ ਮੈਂ ਤੇ ਨਹੀਂ ਇਕੱਠਾ ਕਰ ਸਕਦਾ। ਉਹ ਸੁਆਮੀ ਹਮ ਤਿਹ ਦਾਸਾ। ਵੀ ਮੈਂ ਪੈਸਾ ਇਕੱਠਾ ਕਿੱਥੋਂ ਕਰ ਸਕਦਾ ਹਾਂ। ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਉਹ ਸੁਆਮੀ ਮਾਲਕ ਹੈ ਤੇ ਮੈਂ ਦੇ ਦਾਸ ਸੇਵਕ ਹਾਂ, ਨੌਕਰ ਚਾਕਰ ਮਹਾਰਾਜ ਜੀ ਦਾ। ਧਨ ਇਕੱਠੋ ਇਉਂ ਬਨ ਆਈ। ਧਨ ਇਕੱਠਾ ਕਿਵੇਂ ਬਣ ਆਉਂਦਾ ਮੈਨੂੰ ਪਿਤਾ ਜੀ ਤੁਸੀਂ ਦੱਸੋ। ਜਿਹੜਾ ਹੋਵੇ ਨੌਕਰ ਦਾਸ, ਉਹਦਾ ਪੈਸਾ ਇਕੱਠਾ ਮਾਲਕ ਦੇ ਅੱਗੇ ਕਰਨਾ ਕਿਵੇਂ ਬਣ ਆਉਂਦਾ ਹੈ। ਉਹ ਤੇ ਬਣ ਹੀ ਨਹੀਂ ਆਉਂਦਾ। ਮੁੱਲ ਖਰੀਦੀ ਲਾਲਾ ਗੋਲਾ। ਜਿਹੜਾ ਲਾਲਾ ਗੋਲਾ ਹੈ, ਨੌਕਰ ਹੈ, ਉਹਦੇ ਮੁੱਲ ਖਰੀਦਿਆ ਮਾਲਕ ਦਾ। ਮਾਲਕ ਅੱਗੇ ਉਹ ਕੀ ਜ਼ੁਬਾਨ ਲੜਾਵੇ, ਕੀ ਉਹ ਮਾਲਕ ਨੂੰ ਕਵੇ। ਗੁਰੂ ਜੀ ਕਹਿਣ ਕਿਆ ਭਾਈ ਬਾਲਿਆ ਫਲਾਣਾ ਸੌਦਾ ਫੜਾ, ਤੇ ਮੈਂ ਕਹਾਂ ਮਹਾਰਾਜ ਸਾਂਭੋ ਇਹ ਅਸੀਂ ਪੈਸੇ ਕਮਾਉਣੇ ਆ। ਮੈਂ ਕਿਵੇਂ ਕਹਿ ਸਕਦਾ ਪਿਤਾ ਜੀ। ਤੇਰੇ ਲਾਲੇ ਕਿਆ ਚਿਤਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ। हे ਪਰਮੇਸ਼ਰ ਤੇਰੇ ਲਾਲੇ ਤੇਰੇ ਨੌਕਰ ਚਾਕਰ ਦੀ ਕੀ ਚਿਤਰਾਈ ਚਲਾਕੀ ਹੈ ਕਿ ਉਹ ਮਾਲਕ ਦਾ ਜਿਹੜਾ ਹੁਕਮ ਹੈ ਉਹਨੂੰ ਮੋੜ ਨਾ ਕਰੇ। ਉਹਦੀ ਕੀ ਵਾਹ ਹੈ, ਉਹਦੀ ਕੀ ਹਿੰਮਤ ਹੈ, ਉਹਦਾ ਤੇ ਫਰਜ਼ ਨਹੀਂ ਬਣਦਾ। ਜਿਹੜੇ ਮੰਨਦੇ ਮੁੰਨਦੇ ਨਹੀਂ ਹੈ ਨਾ ਮਹਾਰਾਜ ਦਾ ਬਚਨ, ਉਹ ਕੋਈ ਲਾਲੇ ਲੂਲੇ ਆਪਣੇ ਆਪ ਨੂੰ ਨਾ ਸਮਝਣ। ਉਹਨਾਂ ਆਪਣੇ ਆਪ ਨੂੰ ਕਹਿਣ ਮੈਂ ਗੁਰੂ ਕਾ ਸਿੱਖ ਹਾਂ। ਕਿਉਂਕਿ ਜਿਹੜੇ ਸਿੱਖ ਹੈ ਲਾਲੇ ਪਿਆਰੇ ਗੁਰੂ ਦੇ, ਉਹਨਾਂ ਦੀ ਕੋਈ ਚਿਤਰਾਈ ਨਹੀਂ, ਕੋਈ ਸਿਆਣਪ ਨਹੀਂ। ਜੋ ਗੁਰ ਕਹੈ ਸੋਈ ਭਲ ਮਨ ਹੈ।
ਭਲਾ ਹੀ ਮੰਨ ਕੇ ਮੱਥਾ ਹੀ ਟੇਕਦੇ ਮਹਾਰਾਜ ਦੇ ਚਰਨਾਂ ਤੇ ਹਰ ਵਕਤ। ਇਹ ਆਏ ਸਮੇਟ ਨਾ ਜਾਈ। ਵੀ ਮੈਂ ਦਾਸ ਨੂੰ ਕਿਵੇਂ ਉਹਨਾਂ ਨਾਲ ਬਣਾਉਂਦਾ ਹੈ ਕੋਈ ਗੱਲਬਾਤ ਕਰਨੀ, ਉਹਨਾਂ ਦੀ ਆਗਿਆ ਮਿਟੀ ਨਹੀਂ ਜਾਂਦੀ ਮੇਰੇ ਕੋ ਤੇ ਨਾ ਕਦੀ ਹੁੰਦੀ ਨਹੀਂ ਹੈ। ਸੁਨ ਬੋਲਿਓ ਤਬ ਜੈ ਰਾਮਾ। ਪਿਤਾ ਕਾਲੂ ਜੀ ਤੇ ਚੁੱਪ ਕਰ ਗਏ ਐ। ਸੁਣ ਕੇ ਭਾਈਆ ਜੈ ਰਾਮ ਜੀ ਬਚਨ ਬੋਲੇ ਐ। ਸੁਨ ਮਹਤਾ ਇਹ ਨਿਹ ਕਾਮਾ। ਹੇ ਪਿਤਾ ਜੀ ਮਹਿਤਾ ਚੌਧਰੀ ਜੀ, ਕਿਉਂਕਿ ਇਹਨਾਂ ਦੇ ਸਹੁਰੇ ਲੱਗਦੇ ਸੀ, ਕਹਿੰਦੇ ਪਿਤਾ ਜੀ ਇਹ ਜੋ ਭਾਈ ਬਾਲਾ ਇਹਦੇ ਕਾਮਨਾ ਤੋਂ ਰਹਿਤ ਨਿਸ਼ਕਾਮੀ ਹੈ। ਸਭ ਬਾਲੇ ਸਾਚ ਬਖਾਨੀ। ਭਾਈ ਬਾਲੇ ਨੇ ਦੇ ਸਾਰੀ ਜਿਹੜੀ ਗੱਲ ਕਹੀ ਨਾ ਉਹ ਸੱਚੋ ਸਾਚੀ ਕਹੀ ਵੀ ਦਾਸ ਦਾ ਨਹੀਂ ਕੋਈ ਬਣਦਾ ਮਾਲਕ ਅੱਗੇ ਬੋਲਣਾ ਚੱਲਣਾ। ਸਤ ਜਾਨਹੁ ਨਿਜ ਮਨ ਮਾਨੀ। ਆਪਣੇ ਮਨ ਵਿੱਚ ਸੱਚੀ ਜਾਣ ਲੋ ਵੀ ਜੋ ਭਾਈ ਬਾਲੇ ਨੇ ਬਚਨ ਕਿਹਾ ਇਹਦੇ 16 ਆਨੇ ਸੱਚੀ ਹੈ। ਨਹ ਕੀਜੈ ਔਰ ਮਹਿਰੋਸੂ। ਇਸ ਕਰਕੇ ਤੁਸੀਂ ਨਾ ਭਾਈ ਬਾਲਾ ਜੀ ਉੱਪਰ ਮਨ ਵਿੱਚ ਕਿਸੇ ਤਰ੍ਹਾਂ ਦਾ ਰੋਸ ਗਿਲਾ ਜਾ ਕਰੀਏ। ਕਛ ਬਾਲੇ ਕੋ ਨਹ ਦੋਸ਼ੂ। ਭਾਈ ਬਾਲੇ ਦਾ ਕੋਈ ਨਹੀਂ ਦੋਸ਼ ਗੁਣਾ ਜੋ ਵੀ ਇਹਨਾਂ ਦੇ ਗੁੱਸਾ ਤੁਸੀਂ ਕਰੋ ਵੀ ਅੱਗੋਂ ਜਵਾਬ ਦਿੱਤਾ ਹੈ, ਇਹਨਾਂ ਵਿੱਚ ਕੋਈ ਗੁਨਾਹ ਦੋਸ਼ ਨਹੀਂ ਹੈ। ਜਬ ਹੋਵਹਿ ਨਾਨਕ ਵਿਆਹ। ਬਾਕੀ ਵੀ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਆ ਵਿਆਹ ਸ਼ਾਦੀ ਮੰਗਣੀ ਹੋ ਜਾਵੇਗੀ। ਨਹਿ ਖੋਵਹਿ ਧਨ ਨਿਤ ਚਾਹਾ। ਫਿਰ ਨਹੀਂ ਇਹ ਧਨ ਨੂੰ ਗਵਾਉਣਗੇ, ਫਿਰ ਨਹੀਂ ਇਹ ਕਿਸ ਨੂੰ ਦੇਣਗੇ, ਆਪ ਹੀ ਫਿਰ ਚਾਹਨਾ ਕਰਨਗੇ ਵੀ ਪੈਸਾ ਜਿੰਨਾ ਹੁੰਦਾ ਜੋੜ ਲਈਏ। ਬੁਲਵਾਵਾ ਹੋਏ ਸਗਾਈ। ਬਾਕੀ ਉਹਨਾਂ ਦੇ ਮੈਂ ਛੇਤੀ ਉਹਨਾਂ ਨੂੰ ਬੁਲਾ ਲੈਣਾ ਕੋਲ, ਉਹਨਾਂ ਦੀ ਸਗਾਈ ਮੰਗਣੀ ਹੋ ਜਾਣੀ ਹੈ। ਮੰਗਣੀ ਹੋਣ ਦੀ ਦੇਰ ਹੈ, ਤੁਹਾਨੂੰ ਵੀ ਛੇਤੀ ਸੱਦ ਲਵਾਂਗਾ ਇੱਥੇ। ਚਿਤ ਚਿੰਤਾ ਕਰੋ ਨਾ ਕਾਈ। ਪਿਤਾ ਜੀ ਇਸ ਕਰਕੇ ਚਿੱਤ ਦੇ ਵਿੱਚ ਜਿਹੜੀ ਚਿੰਤਾ ਨਾ ਉਹ ਤੁਸੀਂ ਰਤਾ ਮਾਤਰ ਕੋਈ ਨਾ ਕਰੋ। ਤੀਯ ਮੋਹ ਤਬ ਹੈ ਹੋ ਜਾਈ। ਜਦੋਂ ਉਹਨਾਂ ਦੀ ਸ਼ਾਦੀ ਹੋ ਗਈ ਤਦੋਂ ਆਪੇ ਹੀ ਉਹਨਾਂ ਦਾ ਇਸਤਰੀ ਨਾਲ ਮੋਹ ਪ੍ਰੇਮ ਪੈ ਜਾਣਾ ਹੋ ਜਾਣਾ ਹੈ। ਨਹਿ ਖੋਵਹਿ ਦਰਬ ਅਜਾਈ। ਫਿਰ ਨਹੀਂ ਉਹ ਧਨ ਜਿਹੜਾ ਹੈ ਅਜਾਈ ਬੇਵਜ੍ਹਾ ਗਵਾਉਣਗੇ, ਨਾਸ ਕਰਨਗੇ। ਇਸਤਰੀ ਆ ਜਾਏਗੀ, ਪ੍ਰੇਮ 'ਚ ਫਸ ਜਾਣਗੇ ਤੇ ਆਪੇ ਹੀ ਉਹ ਜਿਹੜਾ ਹੈ ਇਸਤਰੀ ਉਹਨਾਂ ਨੂੰ ਸੰਭਾਲ ਲਵੇਗੀ, ਉਹਨਾਂ ਦੀ ਘਰ ਵਾਲੀ, ਤੇ ਪੈਸਾ ਆਪੇ ਸੰਭਾਲ ਲਿਆ ਕਰੇਗੀ। ਸੁਨ ਬਾਲਾ ਤਹਾਂ ਸਿਧਾਇਆ। ਸੁਣ ਕੇ ਭਾਈ ਬਾਲਾ ਜੀ ਵੀ ਕਿਹੋ ਜਿਹੀਆਂ ਗੱਲਾਂ ਕਰਦੇ ਰਹੇ ਐ, ਸੁਣ ਕੇ ਭਾਈ ਬਾਲਾ ਜੀ ਤੇ ਉੱਥੋਂ ਚਲਿਆ ਹੀ ਗਿਆ। ਜਹ ਨਾਨਕ ਹਾਟ ਸੁਹਾਇਆ। ਜਿੱਥੇ ਗੁਰੂ ਨਾਨਕ ਸਾਹਿਬ ਜੀ ਉਹ ਸੋਹਣੀ ਹੱਟ ਦੇ ਵਿੱਚ ਸੋਭਨੀਕ ਹੋ ਰਹੇ ਸਨ। ਤਬ ਕਾਲੂ ਕੋਇਕ ਕਾਲਾ। ਤਦੋਂ ਪਿਤਾ ਕਲਿਆਣ ਚੰਦ ਜੀ ਕੁਝ ਕੁ ਸਮਾਂ ਬਿਤਾਇਓ ਤਨੀਆ ਸ਼ਾਲਾ। ਕੁਝ ਕੁ ਸਮਾਂ ਜਿਹੜਾ ਇੱਥੇ ਸੁਲਤਾਨਪੁਰ ਵਿੱਚ ਹੀ ਆਪਣੀ ਸੁਪੁੱਤਰੀ ਨਾਨਕੀ ਦੇ ਘਰ ਹੀ ਬਿਤਾਇਆ, ਲੰਘਾਇਆ ਹੈ। ਚਲਣੇ ਕੀ ਕੀਨੀ ਤਿਆਰੀ। ਫਿਰ ਇੱਕ ਦਿਨ ਆਇਆ ਤੇ ਕਿਹਾ ਕਿ ਪੁੱਤਰੀ ਜੀ ਚਲੋ ਹੁਣ ਬਹੁਤ ਦਿਨ ਹੋ ਗਏ, ਘਰ ਜਾਣਾ ਚਾਹੀਦਾ ਹੈ। ਘਰ ਜਾਣ ਦੀ ਤਿਆਰੀ ਕੀਤੀ ਹੈ। ਸਮਝਾਵਤ ਬਹੁ ਪ੍ਰਕਾਰੀ। ਬੇਬੇ ਨਾਨਕੀ ਜੀ ਨੂੰ ਭਾਈਆ ਜੈ ਰਾਮ ਜੀ ਨੂੰ ਬਹੁਤ ਤਰ੍ਹਾਂ ਸਮਝਾਉਂਦੇ ਆ ਕਿ ਤੁਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਸਮਝਾ ਕੇ ਰੱਖੋ ਕਿ ਹੁਣ ਜਿਹੜਾ ਦਾਨ ਪੁੰਨ ਜਿਹਾ ਕਰਨਾ ਹੈ ਬੰਦ ਕਰਨ ਤੇ ਪੈਸਾ ਧੇਲਾ ਜੋੜਨ, ਕੱਲ੍ਹ ਨੂੰ ਉਹਨਾਂ ਦੀ ਸ਼ਾਦੀ ਵੀ ਕਰਨੀ ਹੈ। ਤੇ ਇਸੇ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਜੀ ਕੋ ਹੱਟ ਦੇ ਜਾ ਕੇ ਬਹੁਤ ਸਮਝਾਉਂਦੇ ਹਨ ਪਿਤਾ ਜੀ। ਸੁਤ ਹੋਏ ਸਗਾਈ ਤੇਰੀ। ਹੇ ਪੁੱਤਰ ਵੇਖ ਥੋੜੇ ਦੇਣੀਆਂ ਤੇਰੀ ਸਦਗਾਈ ਮੰਗਣੀ ਹੋ ਹੀ ਜਾਣੀ ਹੈ। ਅਬ ਤੂਰਨ ਨਹਿ ਕਛ ਦੇਰੀ। ਅੱਜ ਰਾਮ ਕਹਿ ਰਿਹਾ ਸੀ ਵੀ ਕੋਈ ਛੇਤੀ ਹੋ ਜਾਣੀ ਹੈ ਸਗਾਈ ਮੰਗਣੀ, ਸ਼ਾਦੀ ਤੁਹਾਡੀ ਆ, ਬਹੁਤੀ ਦੇਰ ਨਹੀਂ ਲੱਗਣੀ। ਘਰ ਇਕੱਠੋ ਖਰਚ ਸਗਾਈ। ਪੁੱਤਰ ਬਹੁਤ ਪੈਸਾ ਧੇਲਾ ਚਾਹੀਦਾ ਹੁੰਦਾ ਇਹਨਾਂ ਕੰਮਾਂ ਵਿੱਚ, ਇਸ ਕਰਕੇ
ਤੇਰੀ ਸ਼ਗਾਈ ਹੋਣੀ ਮੰਗਣੀ ਹੋਣੀ ਆ, ਪੈਸਾ ਧੇਲਾ ਜਿਹੜਾ ਉਹ ਇਕੱਠਾ ਕਰ। ਤਜ ਆਗਲ ਰੀਤ ਬਿਜਾਈ। ਆ ਜਿਹੜੇ ਬੇਵਜ੍ਹਾ ਅਜੋਗ ਜੀ ਰੀਤੀ ਨਾ, ਪਹਿਲੇ ਕੇ ਵੰਡੀ ਜਾਣਾ, ਐਵੇਂ ਪੁੰਨ ਦਾਨ ਕਰੀ ਜਾਣਾ, ਘਰ ਨੂੰ ਉਜਾੜੀ ਜਾਣਾ, ਪੁੱਤਰਾ ਉਹ ਛੱਡ ਦੇ ਹੁਣ। ਮਿਲ ਤਨ ਜਾਪਤ ਕੋ। ਤਨ ਜਾਪਤ ਕੋ, ਮਿਲ ਕੇ ਭੈਣ ਨਾਨਕੀ ਜੀ ਨੂੰ, ਆਪਣੀ ਸੁਪੁੱਤਰੀ ਨੂੰ, ਤੇ ਇਸੇ ਤਰ੍ਹਾਂ ਭਾਈਆ ਜੈ ਰਾਮ ਜੀ ਨੂੰ ਮਿਲ ਕੇ। ਬਹੁ ਚਲਨ ਸਮੈ ਕਰ ਹਿਤ ਕੋ। ਚੱਲਣ ਲੱਗਿਆਂ ਗੁਰੂ ਨਾਨਕ ਸਾਹਿਬ ਇਸੇ ਤਰ੍ਹਾਂ ਸੁਪੁੱਤਰੀ, ਇਸੇ ਤਰ੍ਹਾਂ ਭਾਈਆ ਜੈ ਰਾਮ ਜੀ ਨੂੰ ਬਹੁਤਾ ਪ੍ਰੇਮ ਕਰਕੇ ਮਿਲੇ ਐ। ਮਿਲ ਨਾਨਕ ਸੋ ਪੁਨ ਬਾਲਾ। ਗੁਰੂ ਨਾਨਕ ਸਾਹਿਬ ਜੀ ਦੇ ਨਾਲ ਮਿਲ ਕੇ ਫਿਰ ਪੁਨ੍ਹਾ ਭਾਈ ਬਾਲਾ ਜੀ ਨੂੰ ਮਿਲ ਕੇ। ਬਚ ਹਿਤ ਕੀ ਕਹਿ ਕਰ ਚਾਲਾ। ਬਹੁਤ ਪ੍ਰੇਮ ਦੇ ਬਚਨ, ਜਿਵੇਂ ਮਾਂ ਪਿਓ ਪੁੱਤਾਂ ਨੂੰ ਸਮਝਾਉਂਦੇ ਆ ਧੀਆਂ ਪੁੱਤਾਂ ਨੂੰ, ਉਸੇ ਤਰ੍ਹਾਂ ਸਮਝਾ ਬੁਝਾ ਕੇ ਤੇ ਚਾਲਾ ਮਾਰ ਦਿੱਤਾ ਰਾਏ ਭੋਏ ਦੀ ਤਲਵੰਡੀ ਨੂੰ। ਨਿਜ ਕਾਲੂ ਭੌਣ ਸਿਧਾਇਆ। ਉਹ ਗੱਡਾ ਜਾ ਜੜਵਾ ਕੇ ਉਤੇ ਸਵਾਰ ਹੋ ਕੇ ਆਪਣੇ ਘਰ ਨੂੰ ਪਿਤਾ ਕਲਿਆਣ ਚੰਦ ਜੀ ਚਲੇ ਗਏ। ਪੁਨ ਨਾਨਕ ਕਾਰ ਚਲਾਇਆ। ਉਹਨਾਂ ਸਤਿਗੁਰੂ ਨਾਨਕ ਸਾਹਿਬ ਜੀ ਨੇ ਮੋਦੀ ਖਾਨੇ ਦਾ ਜਿਹੜਾ ਕੰਮ ਕਾਰ ਉਸੇ ਤਰ੍ਹਾਂ ਹੀ ਚਲਾਇਆ ਹੋਇਆ ਹੈ ਰੀਤ ਪੂਰ ਬਲ ਜਾਸੀ। ਅੱਜ ਜਿਸ ਤਰ੍ਹਾਂ ਪਹਿਲਾਂ ਮਹਾਰਾਜ ਦੀ ਰੀਤੀ ਸੀ ਵੀ ਜਿਹੜਾ ਗਰੀਬ ਆਇਆ ਉਹਨੂੰ ਖਾਲੀ ਨਹੀਂ ਮੁੜ ਦੇਣਾ ਹੈ, ਭਰ ਕੇ ਦੇ ਦੇਣਾ ਹੈ। ਇਹ ਪੱਕਾ ਪ੍ਰਾਣੀ ਜਿਹੜਾ ਸਤਿਗੁਰਾਂ ਨੇ ਕੀਤਾ ਹੋਇਆ ਸੀ, ਪਹਿਲੀ ਰੀਤੀ ਵਾਂਗ ਹੀ ਸੱਚੇ ਪਾਤਸ਼ਾਹ ਜੀ ਆਪਣਾ ਕੰਮ ਕਰ ਰਹੇ ਹਨ। ਸਭ ਵਰਤਹਿ ਨਾਨਕ ਤੈਸੀ। ਸਤਿਗੁਰੂ ਨਾਨਕ ਸਾਹਿਬ ਜੀ ਉੱਥੇ ਉਸੇ ਤਰ੍ਹਾਂ ਹੀ ਵਰਤ ਰਹੇ, ਖੁੱਲਾ ਦਾਨ ਦੇ ਰਹੇ। ਇਹ ਨਹੀਂ ਸੋਚਿਆ ਹੈ ਕਿ ਪਿਤਾ ਜੀ ਕਹਿ ਕੇ ਗਏ ਕਿ ਪੁੱਤਰ ਸ਼ਾਦੀ ਹੋਣੀ ਹੈ, ਹੁਣ ਪੈਸਾ ਧੇਲਾ ਜੋੜੋ, ਘਰ ਦਾ ਵੀ ਕੁਝ ਸੋਚੋ। ਮਹਾਰਾਜ ਆਪਣੀ ਮੌਜ ਵਿੱਚ ਆ ਕੇ ਦਾਨ ਪੁੰਨ ਵਾਧੂ ਗਰੀਬਾਂ ਨੂੰ ਦੇਈ ਜਾਂਦੇ ਹਨ, ਵਰਤਦੇ ਹਨ। ਦੇ ਅਸਨ ਬਸਨ ਸਭ ਤਾਈ। ਸਭ ਤਰ੍ਹਾਂ ਸਭ ਲੋਕਾਂ ਨੂੰ ਜਿਹੜਾ ਵੀ ਆਉਂਦਾ ਹੈ, ਭੁੱਖੇ ਨੂੰ ਭੋਜਨ ਦਿੰਦੇ ਐ, ਨੰਗੇ ਨੂੰ ਕੱਪੜਾ ਦਿੰਦੇ ਮਹਾਰਾਜ। ਘਰ ਸ਼ੂਸ਼ਾ ਕੋ ਨਾ ਪਠਾਈ। ਜਿਹੜਾ ਵੀ ਆਉਂਦਾ ਹੈ ਨਾ ਮਹਾਰਾਜ ਜੀ ਦੇ ਹੱਟ ਤੇ, ਉਹ ਘਰ ਵਿੱਚ ਸਤਿਗੁਰ ਜੀ ਨੂੰ ਖਾਲੀ ਨਹੀਂ ਭੇਜਦੇ, ਸਗੋਂ ਉਹਦੀਆਂ ਝੋਲੀਆਂ ਭਰ ਕੇ ਭੇਜਦੇ ਐ। ਪੁਰ ਪਸਰੀ ਕੀਰਤ ਰੂਰੀ। ਸੁਲਤਾਨਪੁਰ ਦੇ ਵਿੱਚ ਸਤਿਗੁਰ ਜੀ ਦੀ ਜਿਹੜੀ ਸੁੰਦਰ ਵਡਿਆਈ ਹੈ ਨਾ, ਕੀਰਤੀ, ਉਹ ਬਹੁਤ ਹੀ ਫੈਲ ਗਈ ਵੀ ਗੁਰੂ ਨਾਨਕ ਸਾਹਿਬ ਤੇ ਵੱਡੇ ਹੀ ਰਾਜੇ ਹਨ। ਨਰ ਨਾਰਨ ਘਰ ਘਰ ਪੂਰੀ। ਮਾਈਆਂ 'ਚ ਮਰਦਾਂ 'ਚ ਘਰਾਂ ਘਰਾਂ ਵਿੱਚ ਪੂਰੀ ਸਤਿਗੁਰ ਜੀ ਦੀ ਵਡਿਆਈ ਹੋ ਰਹੀ ਹੈ। ਕੈ ਪਾਂਤ ਮਰਾਲਨ ਭੂਲੀ। ਅਥਵਾ ਜਿਹੜੀਆਂ ਹੰਸਾਂ ਦੀਆਂ ਪੰਕਤੀਆਂ ਉਹੀ ਭੁੱਲੀਆਂ ਫਿਰਦੀਆਂ ਹਨ। ਕਲ ਕਿਦੋਂ ਮਾਲਤੀ ਫੁੱਲੀ। ਅਥਵਾ ਜੋ ਮਾਲਤੀ ਦੇ ਫੁੱਲ ਹੈ, ਉਹਨਾਂ ਦੀ ਜਿਹੜੀ ਬਗੀਚੀ ਸੁੰਦਰ ਹੋਈ ਫੁੱਲ ਵੱਧ ਰਹੀ ਹੈ। ਜੋ ਸੁਰਤਰ ਅਨਕ ਉਦਾਰਾ। ਜਿਸ ਤਰ੍ਹਾਂ ਸਵਰਗ ਦੇ ਵਿੱਚ ਉਹ ਕਲਪ ਬ੍ਰਿਸ਼ ਹੈ, ਬਹੁਤ ਹੀ ਉਦਾਰ ਖੁੱਲੇ ਦਿਲ ਵਾਲਾ ਸਖੀ ਦਾਤੇ। ਤਿਉ ਦੇਤ ਨਾ ਹੋਤ ਅਵਾਰਾ। ਤਿਉ ਸਤਿਗੁਰ ਜੀ ਮਹਾਰਾਜ ਦਈ ਜਾ ਰਹੇ, ਕਿਤੇ ਦੇਰੀ ਨਹੀਂ ਕਰਦੇ। ਕਲਪ ਬ੍ਰਿਸ਼ ਸਵਰਗ ਦੇ ਵਿੱਚ ਹੈ, ਜਿਹਦੇ ਥੱਲੇ ਬੈਠ ਕੇ ਜੋ ਇੱਛਾ ਚਾਹਨਾ ਕਰਦੀ ਉਸੇ ਵੇਲੇ ਉਹ ਮਿਲ ਜਾਂਦਾ ਹੈ। ਇੱਥੇ ਹੁਣ ਹੱਟ ਤੇ ਆ ਕੇ ਵੀ ਸਤਿਗੁਰੂ ਮਹਾਰਾਜ ਜੀ ਪਾਸੋਂ ਜੋ ਮੰਗਦੇ ਐ ਮਹਾਰਾਜ ਦਈ ਜਾਂਦੇ ਹਨ। ਨਿਤ ਭੂਰ ਫਕੀਰਨ ਪੀਰਾ। ਇਸ ਤਰ੍ਹਾਂ ਹਮੇਸ਼ਾ ਜਿਹੜੀ ਫਕੀਰਾਂ ਸਾਧੂਆਂ ਫਕਰਾਂ ਦੀ ਦਰਵੇਸ਼ਾਂ ਦੀ ਭੀੜ ਤੇ ਲੱਗੀ ਰਹਿੰਦੀ ਹੱਟ ਤੇ। ਦੇ ਹਰ ਖਹਿਰ ਦੇ ਸਦੀਰਾ। ਸਤੀਰਾ ਧੀਰਥਤਾ ਦੇ ਸਹਿਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਿੰਨਾ ਹੀ ਦਾਨ ਦਿੰਦੇ ਆ, ਦੇ ਦੇ ਕੇ ਮਹਾਰਾਜ ਖੁਸ਼ ਹੁੰਦੇ ਹਿਰਦੇ ਵਿੱਚ। ਦੋਹਰਾ ਕੇਤਿਕ ਕਾਲ ਬੀਤਤ ਭਇਓ। ਇਸ ਤਰ੍ਹਾਂ ਕਰਦਿਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮੋਦੀ ਖਾਨੇ ਦਾ ਕੰਮ ਕਾਰ ਕਰਦਿਆਂ ਕੁਝ ਕੁ ਸਮਾਂ ਬਤੀਤ ਹੋਇਆ ਹੈ। ਤਬਹਿ ਪਿਸ਼ਨ ਇਕ ਆਏ। ਤਦੋਂ ਸਾਡੇ ਵਰਗਾ ਇੱਕ ਚੁਗਲ ਜਿਹੜਾ ਆ ਕੇ ਦੂਤੀ
ਕਰੀ ਜਰਾਮ ਪੈ। ਉਹਨੇ ਜੈ ਰਾਮ ਭਾਈਆ ਜੀ ਪਾਸ ਆ ਕੇ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਵਿੱਚ ਚੁਗਲੀ ਕੀਤੀ ਹੈ। ਸਦਨ ਇਕਾਂਤ ਬਸਾਏ। ਆਪਣੇ ਘਰ ਵਿੱਚ ਕੱਲਿਆਂ ਜਾ ਬਿਠਾ ਕੇ ਉਹ ਚੁਗਲਖੋਰ ਨੇ ਸੱਚੇ ਪਾਤਸ਼ਾਹ ਜੀ ਦੀ ਵੀ ਚੁਗਲੀ ਕੀਤੀ। ਹਾਕਲ ਛੰਦ ਤੀਏ ਸੋਦਰ ਤੁਮ ਸਮਝਾਓ। ਉਹ ਚੁਗਲੀ ਐਵੇਂ ਕੀਤੀ ਜਿਵੇਂ ਅਸੀਂ ਕਰਦੇ ਨਾ ਵੀ ਤੁਹਾਡਾ ਬੱਚਾ ਨੂੰ ਸਮਝਾਓ, ਇਸ ਤਰ੍ਹਾਂ ਨਹੀਂ ਕਹਿਣਾ ਕੁਣਾ ਚਾਹੀਦਾ, ਵੀ ਸੱਚ ਨੂੰ ਨਹੀਂ ਬੋਲਣਾ ਚਾਹੀਦਾ, ਝੂਠ ਦੀ ਪੰਡ ਜਿੰਨੀ ਮਰਜ਼ੀ ਬੋਲੀ ਜਾਓ ਖੋਲ ਖੋਲ ਕੇ, ਇਹਨੂੰ ਸਮਝਾਓ ਬੁਝਾਓ, ਕੱਲ ਨੂੰ ਮੁੜ ਕੇ ਔਖੇ ਹੋਗੇ। ਇਹੋ ਜਿਹੀਆਂ ਗੱਲਾਂ ਲੋਕ ਕਰਦੇ ਹੁੰਦੇ ਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾਨ ਪੁੰਨ ਕਰਦੇ ਆ, ਇਹਦੇ ਵਿੱਚ ਕਿਸ ਦਾ ਕੁਝ ਨਹੀਂ ਜਾਂਦਾ ਹੈ, ਪਰ ਈਰਖਾ ਵਾਲਿਆਂ ਦਾ ਈਰਖਾ ਵਾਲਾ ਸੁਭਾਅ ਹੈ। ਉਹ ਈਰਖਾ ਕਰਦੇ ਹੋਏ ਮਹਾਰਾਜ ਜੀ ਦੇ ਸੰਬੰਧ ਵਿੱਚ, ਕਿਉਂਕਿ ਉੱਥੇ ਮਾਤਾ ਪਿਤਾ ਤੇ ਹੈ ਨਹੀਂ ਸੀ, ਨਹੀਂ ਤੇ ਮਾਤਾ ਪਿਤਾ ਜੀ ਨੂੰ ਚੁਗਲੀ ਲਾਉਂਦੇ, ਪਿਤਾ ਕਲਿਆਣ ਚੰਦ ਜੀ ਨੂੰ ਚੁਗਲੀ ਲਾਉਂਦੇ ਵੀ ਤੁਹਾਡੇ ਦੇ ਪੁੱਤਰ ਨੇ ਤੁਹਾਨੂੰ ਕਿਸੇ ਦਿਨ ਫੜਾਉਣਾ ਹੈ। ਹੁਣ ਉੱਥੇ ਭੈਣ ਨਾਨਕੀ ਜੀ ਹੈ ਅਤੇ ਉਹਨਾਂ ਦੇ ਪਤੀ ਹੈ ਜੈ ਰਾਮ ਜੀ, ਜਿਹਦੇ ਕਰਕੇ ਚੁਗਲੀ ਉਹਨਾਂ ਪਾਸ ਕੀਤੀ। ਕੱਲਿਆਂ ਜਾ ਬਹਾ ਕੇ ਨਾ ਘਰ ਵਿੱਚ ਪੂਰਾ ਚੁਗਲਖੋਰ ਬਣ ਕੇ ਕਹਿੰਦਾ ਜੈ ਰਾਮਾ ਆ ਜਿਹੜੀ ਤੇਰੀ ਸੁਪਤਨੀ ਘਰ ਵਾਲੀ, ਉਹਦੇ ਜਿਹੜਾ ਭਰਾ ਹੈ ਉਹਨੂੰ ਥੋੜ੍ਹਾ ਬਹੁਤ ਤੁਸੀਂ ਸਮਝਾਓ ਬੁਝਾਓ। ਧਨ ਬਿਰਥਾ ਨਾਹੇ ਲਟਾਓ। ਉਹ ਵੇਖ ਲਓ ਪੈਸਾ ਧੇਲਾ ਖੁੱਲ੍ਹਾ ਲਟਾਈ ਜਾ ਰਿਹਾ ਹੈ, ਅਤੇ ਉਹਨੂੰ ਕਹੋ ਜਾ ਕੇ ਵੀ ਤੂੰ ਪੈਸਾ ਬਹੁਤਾ ਨਾ ਲੁਟਾ। ਮਨ ਜਾਨ ਭਲੇ ਮਮ ਬੈਨਾ। ਜੈ ਰਾਮ ਮੈਂ ਕੋਈ ਐਵੇਂ ਨਹੀਂ ਕਹਿ ਰਿਹਾ ਹਾਂ, ਮੇਰੇ ਜਿਹੜੇ ਬਚਨ ਉਹ ਤੂੰ ਚੰਗੇ ਮਨ 'ਚ ਜਾਣ। ਮਨ ਤਨਕ ਤਾਹੇ ਕੀ ਪੈ ਨਾ। ਉਹ ਜਿਹੜਾ ਤੁਹਾਡੇ ਘਰ ਉਹ ਸਰਬੰਧੀ ਰਿਸ਼ਤੇਦਾਰ ਤੇਰੇ ਘਰ ਵਾਲੀ ਦਾ ਭਰਾ, ਉਹ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਹੈ, ਉਹਦੇ ਮਨ ਵਿੱਚ ਤਾਂ ਥੋੜ੍ਹਾ ਵੀ ਕਿਸੇ ਦਾ ਡਰ ਭੈ ਨਹੀਂ ਹੈ। ਬਹੁ ਦੇਤ ਫਕੀਰਨ ਦਰਬਾਰ। ਐਵੇਂ ਉਹ ਫਕਰ ਦਰਵੇਸ਼ ਜਿਹੜੇ ਨਾਂਗੇ ਸਾਧੂ ਆਦਿਕ ਆਉਂਦੇ ਐ, ਸਵਾਹ ਮਲ ਕੇ ਉਹਨਾਂ ਫਕੀਰਾਂ ਨੂੰ ਬਹੁਤ ਹੀ ਪੈਸਾ ਧੇਲਾ ਦਈ ਜਾ ਰਿਹਾ ਹੈ। ਨਿਤ ਖੋਤ ਤੁਰਕ ਘਰ ਸਰਬਾ। ਜਿਹੜਾ ਵਿਚਾਰਾ ਨਵਾਬ ਦੌਲਤ ਖਾਂ ਤੁਰਕ ਹੈ, ਉਹਦਾ ਸਾਰੇ ਘਰ ਦਾ ਪੈਸਾ ਧੇਲਾ ਲੁਟਾਈ ਜਾ ਰਿਹਾ ਤੇਰਾ ਰਿਸ਼ਤੇਦਾਰ। ਤੁਮ ਖੋਏ ਤੁਰਕ ਕੀ ਜਾਨੋ। ਬਾਕੀ ਵੀ ਜੈ ਰਾਮ ਇੱਥੇ ਸੁਲਤਾਨਪੁਰ ਤੂੰ ਰਹਿ ਰਿਹਾ, ਮੈਂ ਵੀ ਰਹਿ ਰਿਹਾ, ਮੁਸਲਮਾਨ ਤੁਰਕਾਂ ਦੀ ਤੂੰ ਆਦਤ ਤੇ ਚੰਗੀ ਤਰ੍ਹਾਂ ਜਾਣਦਾ ਹੀ ਆ ਵੀ ਉਹ ਕਿਹੋ ਜਿਹੇ ਹਨ। ਦੁਖ ਦਾਨੀ ਅਮਲ ਪਛਾਨੋ। ਦੁੱਖਾਂ ਨੂੰ ਦੇਣ ਵਾਲੇ ਉਹਨਾਂ ਦੀ ਜਿਹੜੀ ਹਕੂਮਤ ਸਾਡੇ ਲੋਕਾਂ ਵਾਸਤੇ ਬੜੀ ਔਖੀ ਹੈ, ਪਛਾਣ ਜੈ ਰਾਮ। ਭੈ ਮਾਨ ਭਇਓ ਜੈ ਰਾਮਾ। ਜਦੋਂ ਕੋਈ ਚੁਗਲੀਆਂ ਮਾਰੇ ਫਿਰ ਤੇ ਅਸਰ ਤੇ ਛੇਤੀ ਹੋ ਜਾਂਦਾ। ਜੋ ਭਾਈਆ ਜੈ ਰਾਮ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਰੱਬ ਰੂਪ ਮੰਨਦੇ ਹੈ, ਅੱਜ ਐਸਾ ਮਨ ਡੋਲ ਗਿਆ ਸੁਣ ਕੇ ਭਾਈਆ ਜੈ ਰਾਮ ਜੀ ਮਨ 'ਚ ਭੈ ਵਾਲਾ ਹੋ ਗਿਆ ਹੈ। ਉਠ ਤੂਰਨ ਗਮਨਿਓ ਧਾਮਾ। ਉਹ ਨਿੰਦਕ ਚੁਗਲ ਦੀ ਚੁਗਲੀ ਸੁਣ ਕੇ ਬੜੀ ਛੇਤੀ ਉੱਠੇ ਅਤੇ ਘਰ ਨੂੰ ਚਲਾ ਗਿਆ। ਕਹਿ ਬੋਲੀ ਆਰਜ ਤਨੀਆ। ਤੇ ਜੋ ਸ੍ਰੇਸ਼ਟ ਸਤ ਭਾਈ, ਜੋ ਸ੍ਰੇਸ਼ਟ ਪਿਤਾ ਕਲਿਆਣ ਚੰਦ ਜੀ ਦੀ ਸੁਪੁੱਤਰੀ ਬੇਬੇ ਨਾਨਕੀ ਜੀ ਹੈ, ਉਹਨਾਂ ਨੂੰ ਸੱਦ ਕੇ ਐਵੇਂ ਬੋਲੇ ਹੈ ਭਾਈਆ ਜੈ ਰਾਮ ਜੀ ਕਿ ਹੇ ਸੁਪਤਨੀ। ਬਹੁ ਲੋਕਨ ਤੇ ਮੈਂ ਸੁਣੀਆ। ਮੈਂ ਬਾਹਰ ਗਿਆ ਸੀ ਤੇ ਬਹੁਤ ਲੋਕਾਂ ਤੋਂ ਹੀ ਮੈਂ ਐਵੇਂ ਸੁਣਿਆ ਹੈ। ਧਨ ਖਰਚਤ ਨਾਨਕ ਆਸੇ। ਕਿ ਜੋ ਗੁਰੂ ਨਾਨਕ ਸਾਹਿਬ ਹੈ ਉਹ ਤੇ ਇਸ ਤਰ੍ਹਾਂ ਪੈਸਾ ਧੇਲਾ ਖਰਚੀ ਲੁਟਾਈ ਜਾ ਰਹੇ ਹੈ। ਵੱਡ ਭੂਪਤ ਹੋਵਤ ਜੈਸੇ। ਜਿਸ ਤਰ੍ਹਾਂ ਬਹੁਤ ਵੱਡਾ ਕੋਈ ਰਾਜਾ ਹੋਵੇ ਪਰਵਾਹ ਨਹੀਂ ਹੁੰਦੀ, ਐਵੇਂ ਪੈਸਾ ਧੇਲਾ ਜਾਈ ਗਵਾਈ ਜਾ ਰਹੇ ਹਨ। ਭੈ ਦੇਤ ਕਹਿ ਨਰ ਆਏ। ਮਨੁੱਖ ਲੋਕ ਸੁਲਤਾਨਪੁਰ ਦੇ ਇਕੱਠਿਆਂ ਹੋ ਕੇ ਟੋਲੇ ਬਣਾ ਕੇ ਮੈਨੂੰ ਇੰਨਾ ਡਰ ਦੇ ਰਹੇ ਆ ਤੇ ਕਹਿੰਦੇ ਐ ਜਿਉ ਸਰ ਹਿਰਦੇ ਖਰ ਲਾਏ। ਉਹ ਬਚਨ ਕਾਦੇ ਕਹਿੰਦੇ ਮਾਨੋ ਕਿ ਮੇਰੇ ਹਿਰਦੇ ਵਿੱਚ ਤਿੱਖੇ ਤੀਰ ਲਿਆ ਕੇ ਮਾਰਦੇ ਮੇਰੀ ਪਤਨੀ। ਅਬ ਕਰੋ ਕੌਣ ਮੈਂ ਕਾਜਾ। ਤੂੰ ਹੀ ਮੈਨੂੰ ਦੱਸ ਮੈਂ ਹੁਣ
ਫਸ ਗਿਆ ਹਾਂ ਮੈਂ, ਕਿਹੜਾ ਕੰਮ ਕਰਾਂ ਮੈਂ, ਕੀ ਕਰਾਂ। ਰਹਿਆ ਵਹਿ ਜਿਹੇ ਬਿਦ ਲਾਜਾ। ਤੂੰ ਮੈਨੂੰ ਦੱਸ ਸੁਪਤਨੀ ਨਾਨਕੀ ਮੈਂ ਕੀ ਕਰਾਂ, ਜਿਹਦੇ ਕਰਕੇ ਮੇਰੀ ਇੱਜ਼ਤ ਅਬਰੂ ਮੇਰੀ ਲੱਜਾ ਰਹਿ ਆਵੇ। ਚਿੰਤੋ ਦਿਦ ਭਇਓ ਨਾ ਨਿਮਗਨਾ। ਅੱਜ ਜਦੋਂ ਦਾ ਮੈਂ ਸੁਣਿਆ ਚਿੰਤਾ ਦੇ ਸਮੁੰਦਰ ਵਿੱਚ ਮੈਂ ਤੇ ਡੋਬੀ ਗਿਆ ਹਾਂ। ਉਹ ਪੋਤ ਜਤਨ ਹੋਏ ਲਗਨਾ। ਮੈਨੂੰ ਇਹੋ ਜਿਹਾ ਕੋਈ ਜਤਨ ਰੂਪੀ ਜਹਾਜ਼ ਦਾ ਸਹਾਰਾ ਦੇ, ਜਿਸ ਕਰਕੇ ਮੈਂ ਚਿੰਤਾ ਦੇ ਸਮੁੰਦਰ ਤੋਂ ਲੰਘ ਜਾਵਾਂ। ਸੁਨ ਪਨੇ ਨਾਨਕੀ ਬਚਨਾ। ਸੁਣ ਕੇ ਭੈਣ ਨਾਨਕੀ ਜੀ ਨੇ ਆਪਣੇ ਕੋਲੋਂ ਬਚਨ ਕਹੇ ਹੋ ਜੇ ਫਿਰ। ਮਨ ਤਵ ਜੇ ਸੰਸਾ ਖਚਨਾ। ਹੇ ਪਤੀ, ਜੇ ਤੇਰੇ ਮਨ 'ਚ ਇਹੋ ਜਿਹਾ ਸੰਸਾ ਹੋ ਹੀ ਗਿਆ ਹੈ, ਜੇ ਤੇਰੇ ਮਨ ਨੇ ਸੰਸਾ ਕਰ ਹੀ ਲਿਆ ਵੀ ਸੰਸੇ ਵਿੱਚ ਤੁਸੀਂ ਖਚਿਤ ਫਾਸੀ ਗਏ ਹੋ, ਜੜੇ ਗਏ ਹੋ। ਕਰ ਬਾਤ ਉਚਿਤ ਚਿਤ ਭਾਈ। ਜਿਵੇਂ ਫਿਰ ਤੁਹਾਡੇ ਚਿੱਤ ਦੇ ਵਿੱਚ ਯੋਗ ਗੱਲ ਭਾਉਂਦੀ ਚੰਗੀ ਲੱਗਦੀ ਹੈ, ਉਹੋ ਜੀ ਤੁਸੀਂ ਗੱਲ ਬਾਤ ਫਿਰ ਕਰ ਲਓ। ਜਿਉ ਭਰਮ ਭੂਰ ਮਿਟ ਜਾਈ। ਜਿਵੇਂ ਤੁਹਾਡਾ ਸਾਰਾ ਹੀ ਆ ਭਰਮ ਮਿਟ ਜਾਵੇ ਤੇ ਤੁਹਾਨੂੰ ਜਿਵੇਂ ਗੱਲ ਚੰਗੀ ਲੱਗਦੀ ਵੀ ਮੈਨੂੰ ਕੀ ਕਰਨਾ ਚਾਹੀਦਾ, ਉਵੇਂ ਤੁਸੀਂ ਗੱਲ ਬਾਤ ਕਰ ਲਓ। ਪਰਤੀਤ ਨਾਈ ਤੁਮਕੋ। ਬਾਕੀ ਵੇਖ ਲਓ ਪਤੀ ਜੀ, ਤੁਹਾਨੂੰ ਮੇਰੇ ਭਰਾ ਗੁਰੂ ਨਾਨਕ ਸਾਹਿਬ ਜੀ ਦੇ ਯਕੀਨ ਭਰੋਸਾ ਨਹੀਂ ਆਇਆ। ਕਿਆ ਮਸਲਤ ਬੂਝਤ ਹਮਕੋ। ਜਦੋਂ ਭਰੋਸਾ ਨਹੀਂ ਆਇਆ ਤੇ ਫਿਰ ਹੁਣ ਸਾਨੂੰ ਕੀ ਆ ਸਲਾਹ ਜੀ ਪੁੱਛਦੇ ਹੋ। ਤੁਮ ਜਾਣਤ ਪ੍ਰਾਤ ਵਡਾਈ। ਤੁਹਾਨੂੰ ਸਭ ਚੰਗੀ ਤਰ੍ਹਾਂ ਪਤਾ ਹੈ ਗੁਰੂ ਨਾਨਕ ਸਾਹਿਬ ਭਰਾ ਦੀ ਤੁਸੀਂ ਵਡਿਆਈ ਜਾਣਦੇ ਹੀ ਹੋ। ਨਿਤ ਦੇਤ ਮੁਝੈ ਸਮਝਾਈ। ਮੈਨੂੰ ਤੁਸੀਂ ਹਮੇਸ਼ਾ ਹੀ ਵੇਖ ਲਓ ਸਮਝਾਉਂਦੇ ਆਏ ਆ ਵੀ ਗੁਰੂ ਨਾਨਕ ਸਾਹਿਬ ਰੱਬ ਪਰਮੇਸ਼ਰ ਆਪ ਹੈ। ਨਿਤ ਹਮਰੋ ਉਰ ਪਰਤੀਤੂ। ਤੇ ਅੱਜ ਵੇਖ ਲਓ ਇਹੋ ਜਿਹਾ ਸਮਾਂ ਆ ਗਿਆ ਸਾਡੇ ਹਿਰਦੇ ਵਿੱਚ ਤੇ ਹਮੇਸ਼ਾ ਹੀ ਮਹਾਰਾਜ ਭਰਾ ਮੈਨੂੰ ਤੇ ਆਪਣੇ ਭਰਾ ਤੇ ਭਰੋਸਾ ਯਕੀਨੀ ਹੈ। ਨਹਿ ਦੌਲਤ ਕਬਹੂ ਚੀਤੂ। ਦੁਨੀਆ ਦੇ ਲੋਕ ਕੁਝ ਵੀ ਆਖਣ, ਹੇ ਪਤੀ ਮੇਰਾ ਜਿਹੜਾ ਚਿੱਤ ਉਹ ਨਹੀਂ ਕਦੀ ਡੋਲ ਸਕਦਾ। ਪਰਮੇਸ਼ਰ ਨਾਨਕ ਰੂਪਾ। ਕਿਉਂ ਨਹੀਂ ਡੋਲ ਸਕਦਾ? ਕਿਉਂਕਿ ਗੁਰੂ ਨਾਨਕ ਸਾਹਿਬ ਪਰਮੇਸ਼ਰ ਪਰਮਾਤਮਾ ਦਾ ਰੂਪ ਹਨ। ਉਪਕਾਰੀ ਸੰਤ ਅਨੂਪਾ। ਉਹ ਤੇ ਗਰੀਬਾਂ ਤੇ ਉਪਕਾਰ ਕਰਨ ਵਾਲੇ ਐ, ਉਪਮਾ ਤੋਂ ਰਹਿਤ ਪੂਰਣੀ ਸਾਧੂ ਸੰਤ ਸ਼ਾਂਤ ਸੁਭਾਅ ਵਾਲੇ ਐ। ਭਵ ਮਾਇਆ ਵਰਤਤ ਜੋ। ਬਾਕੀ ਮੈਂ ਤੁਹਾਨੂੰ ਕਹਿ ਦੇਨੀ ਆ ਕਿ ਸੰਸਾਰ ਦੇ ਵਿੱਚ ਜਿੰਨੀ ਵੀ ਆ ਹੇ ਪਤੀ ਮਾਇਆ ਵਰਤ ਰਹੀ ਆ ਲੋਕਾਂ ਕੋਲ, ਸ੍ਰੀ ਨਾਨਕ ਕੀ ਸਭ ਸੋ। ਉਹ ਲੋਕਾਂ ਦੀ ਨਹੀਂ ਹੈ ਕਿ ਲੋਕ ਵਰਤਦੇ ਤੇ ਲੋਕਾਂ ਦੇ ਪੈਸਾ ਤੇ ਲਓ, ਸਾਰੀ ਮਾਇਆ ਗੁਰੂ ਨਾਨਕ ਸਾਹਿਬ ਦੇ ਅਨੁਸਾਰੀ ਹੈ। ਮਹਾਰਾਜ ਦੀ ਆਗਿਆ ਵਿੱਚ ਸੱਚੇ ਪਾਤਸ਼ਾਹ ਜੀ ਦੀ ਹੀ ਸਾਰੀ ਮਾਇਆ ਹੈ। ਤੁਮ ਚਾਹਤ ਜੇ ਅਬ ਦੇਖਾ। ਬਾਕੀ ਜੇ ਤੁਸੀਂ ਫਿਰ ਵੀ ਉਹ ਦੇਖਣਾ ਚਾਹੁੰਦੇ ਹੋ, ਮਨ ਨਹੀਂ ਮੰਨਦਾ ਜੇ ਤੁਹਾਡਾ, ਕਰ ਲੀਜੈ ਸਭ ਹੀ ਲੇਖਾ। ਉਹ ਸਾਰਾ ਜਿਹੜਾ ਹਿਸਾਬ ਕਿਤਾਬ ਤੁਸੀਂ ਫਿਰ ਕਰ ਹੀ ਲਓ। ਮਨ 'ਚ ਸ਼ੰਕਾ ਕਾਨੂੰ ਰੱਖਣਾ ਹੈ ਪਤੀ ਜੀ। ਜੋ ਵਧੈ ਕਿਦੋਂ ਹੋਏ ਪੂਰਾ। ਬਾਕੀ ਮੈਂ ਤੇ ਭਰੋਸੇ ਨਾਲ ਕਹਿੰਦੀ ਆ ਕਿ ਭਰਾ ਜੀ ਦਾ ਜਿਹੜਾ ਲੇਖਾ ਹਿਸਾਬ ਕਿਤਾਬ ਵਧੀ ਜਾਣਾ, ਜੇ ਵਧਿਆ ਨਾ ਤੇ ਫਿਰ ਪੂਰਾ ਤੇ ਹੋ ਹੀ ਜਾਣਾ ਹੈ। ਨਹਿ ਮਾਨਹੁ ਜੋ ਕਹੋ ਕੂਰਾ। ਹੇ ਪਤੀ, ਦੁਨੀਆ ਦੇ ਲੋਕ ਇਹੋ ਜਿਹੇ ਐ ਕੂੜ ਬੋਲਣ ਵਾਲੇ, ਜਿਹੜੇ ਕੋਈ ਝੂਠ ਕਹਿੰਦੇ ਉਹਨਾਂ ਦਾ ਬਚਨ ਨਾ ਮੰਨੋ ਤੁਸੀਂ। ਸੁਨ ਬੋਲਿਓ ਵਾਕ ਜਰਾਮਾ। ਸੁਣ ਕੇ ਭਾਈਆ ਜੈ ਰਾਮ ਜੀ ਆਪਣੀ ਪਤਨੀ ਨਾਨਕੀ ਦੇ ਬਚਨ ਤੇ ਬੋਲੇ ਮੁਖੋਂ, ਅਬ ਹੋ ਨਾ ਕਰੋ ਇਹ ਕੰਮ। ਹੇ ਪਤਨੀ, ਜੇ ਤੈਨੂੰ ਐਸਾ ਭਰੋਸਾ ਤੇ ਫਿਰ ਮੈਂ ਕਿਉਂ ਇਹੋ ਜਿਹਾ ਕੰਮ ਕਾਰ ਕਰਾਂ ਵੀ ਹਿਸਾਬ ਕਿਤਾਬ ਦੇ ਚੱਕਰਾਂ 'ਚ ਪਾਵਾਂ। ਹੈ ਤੁਮਰੇ ਉਰ ਜਬ ਐਸੇ। ਜਦੋਂ ਤੇਰੇ ਹਿਰਦੇ ਵਿੱਚ ਐਸਾ ਭਰੋਸਾ ਤੇ ਫਿਰ ਮੈਨੂੰ ਕੀ ਜ਼ਰੂਰਤ ਇਹੋ ਜਿਹੇ ਕੰਮ ਕਰਨ ਦੀ। ਨਹਿ ਲੇਖਾ ਕਰਹੁ ਕੈਸੇ। ਮੈਂ ਤੇ ਫਿਰ ਕਿਸ ਤਰ੍ਹਾਂ ਜਿਹੜਾ ਲੇਖਾ ਜੋਖਾ ਕਰਾਂ, ਹਿਸਾਬ ਕਿਤਾਬ ਕਰਾਂ, ਮੈਂ ਕੋ ਗੁਨਾਹਗਾਰ ਹੋਵਾਂ। ਬਚਪਨ ਨਾਨਕੀ ਸੁਣੀਏ। ਭੈਣ ਨਾਨਕੀ ਜੀ ਨੇ ਕਿਹਾ, ਹੈ ਪਤੀ ਮੇਰਾ ਬਚਨ ਸੁਣੀਏ। ਅਬ ਲੇਖਾ ਲੇਹੋ ਨਾ ਗੁਨੀਏ। ਹੁਣ ਜਿਹੜਾ ਹਿਸਾਬ ਕਿਤਾਬ
ਹਿਸਾਬ ਹੈ ਉਹ ਤੁਹਾਨੂੰ ਕਰ ਹੀ ਲੈਣਾ ਚਾਹੀਦਾ, ਉੱਥੋਂ ਬਹੁਤੀਆਂ ਤੁਸੀਂ ਵਿਚਾਰਾਂ ਨਾ ਕਰੋ। ਨਹਿ ਕੀਜੈ ਅਬ ਹੈ ਬਿਲੰਬਾ। ਹੁਣ ਤੁਸੀਂ ਜਿਹੜਾ ਨਾ ਕਿਸੇ ਕਿਸਮ ਦੀ ਦੇਰ ਨਾ ਕਰੋ। ਬੁਲਵਾਵੋ ਸੁਤ ਮਮ ਅੰਬਾ। ਮੇਰੇ ਮਾਂ ਜੀ ਦੇ ਪੁੱਤਰ ਗੁਰੂ ਨਾਨਕ ਸਾਹਿਬ ਜੀ ਨੂੰ ਤੁਸੀਂ ਬੁਲਾ ਹੀ ਲਓ ਘਰ ਹੁਣ। ਕਹਿ ਭੇਜੀ ਤੁਲਸਾਂ ਦਾਸੀ। ਇਸ ਤਰ੍ਹਾਂ ਕਹਿ ਕਰਕੇ ਜਿਹੜੀ ਦਾਸੀ ਤੁਲਸਾ ਸੀ ਉਹਨੂੰ ਭੇਜਿਆ ਮਹਾਰਾਜ ਜੀ ਕੋਲ। ਜਹ ਨਾਨਕ ਥੇ ਸੁਖ ਰਾਸੀ। ਜਿੱਥੇ ਸੁੱਖਾਂ ਦੀ ਰਾਸ ਖਜ਼ਾਨਾ ਗੁਰੂ ਨਾਨਕ ਸਾਹਿਬ ਜੀ ਹੱਟ ਵਿੱਚ ਬਿਰਾਜਮਾਨ ਸਨ। ਤਹਿ ਪੂਜਤ ਨਾਨਕ ਆਸੇ। ਉੱਥੇ ਜਦੋਂ ਤੁਲਸਾ ਦਾਸੀ ਪਹੁੰਚੀ ਗੁਰੂ ਨਾਨਕ ਸਾਹਿਬ ਜੀ ਨੇ ਇਸ ਤਰ੍ਹਾਂ ਪੁੱਛਿਆ ਹੈ, ਕਹੋ ਤੁਲਸਾ ਆਈ ਕੈਸੇ। ਇਹ ਤੁਲਸਾ ਮਾਈ ਤੂੰ ਕਿਸ ਤਰ੍ਹਾਂ ਸਾਡੇ ਕੋਲ ਆਈ ਹੋਈ ਹੈ, ਕੀ ਕੰਮ ਸਾਨੂੰ ਕਹਿ ਕੇ ਦੱਸ। ਉਨ ਦਾਸੀ ਬਚਨ ਬਖਾਨੇ। ਉਹਨਾਂ ਤੁਲਸਾ ਦਾਸੀ ਨੇ ਸੁਣ ਕੇ ਮਹਾਰਾਜ ਜੀ ਦੇ ਬਚਨ ਤੇ ਅੱਗੋਂ ਐਵੇਂ ਬਚਨ ਕਹੇ, ਤੁਮ ਭਗਨੀ ਬਹੁ ਹਿਤਵਾਨੇ। ਹੇ ਗੁਰੂ ਮਹਾਰਾਜ ਜੀ, ਤੁਹਾਡੇ ਜੋ ਭੈਣ ਨਾਨਕੀ ਜੀ ਜੋ ਬਹੁਤ ਤੁਹਾਡੇ ਨਾਲ ਪ੍ਰੇਮ ਪਿਆਰ ਕਰਨ ਵਾਲੇ ਹਨ, ਬਹੁ ਬਿਨਾ ਕਰੀ ਕਹਿ ਬਾਨੀ। ਉਹਨਾਂ ਨੇ ਬਹੁਤ ਬੇਨਤੀਆਂ ਦੇ ਸਹਿਤ ਹੋ ਕੇ ਐਵੇਂ ਬਾਣੀ ਕਹੀ ਹੈ ਦੇਹ ਦਰਸ਼ਨ ਕਰਨਾ ਠਾਨੀ। ਕਿ ਹੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਇਹ ਕਿਰਪਾ ਕਰਕੇ ਮੈਨੂੰ ਆਪਣਾ ਦਰਸ਼ਨ ਦਿਓ ਜੀ। ਇਉ ਆਈ ਤੁਮਰੇ ਪਾਸਾ। ਇਉਂ ਮਹਾਰਾਜ ਉਹਨਾਂ ਦੀ ਆਗਿਆ ਪਾ ਕੇ ਮੈਂ ਤੁਹਾਡੇ ਕੋਲ ਆਈ ਹਾਂ। ਉਠ ਚਲੀਏ ਸੁਸਾ ਆਵਾਸਾ। ਮਹਾਰਾਜ ਕਿਰਪਾ ਕਰੀਏ, ਉਠੀਏ, ਉੱਠ ਕੇ ਤੇ ਆਪਣੀ ਭੈਣ ਦੇ ਘਰ ਨੂੰ ਚੱਲੀਏ। ਦੋਹਰਾ ਸ੍ਰੀ ਨਾਨਕ ਬੋਲੇ ਬਚਨ। ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਬੋਲੇ ਐ, ਚੱਲ ਤੁਲਸਾ ਹੋ ਆਏ। ਹੇ ਤੁਲਸਾ ਮਾਈ ਤੂੰ ਚੱਲ, ਅਸੀਂ ਤੇਰੇ ਮਗਰੇ ਮਗਰ ਪਿੱਛੇ ਪਿੱਛੇ ਆਉਂਦੇ ਹਾਂ। ਮੁਝ ਕੋ ਲੀਨ ਬੁਲਾਏ ਟਿਗ। ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਮਹਾਰਾਜ ਜਿਵੇਂ ਤੁਲਸਾ ਦਾਸੀ ਨੂੰ ਕਹਿ ਕੇ ਗੁਰੂ ਨਾਨਕ ਦੇਵ ਮਹਾਰਾਜ ਨੇ ਮੈਨੂੰ ਕੋਲ ਬੁਲਾਇਆ। ਬੂਜਤ ਭੇ ਗਤ ਦਾਏ। ਮੁਕਤੀ ਦਾਤੇ ਮਹਾਰਾਜ ਮੈਨੂੰ ਪੁੱਛਣ ਲੱਗੇ ਕਿ ਭਾਈ ਬਾਲਾ ਜੀ, ਹਾਕਲ ਛੰਦ ਕਿਉਂ ਹਮੈ ਬੁਲਾਇਓ ਬਾਲਾ। ਹੇ ਬਾਲਾ ਭਾਈ ਤੂੰ ਸਿਆਣਾ ਹੈ, ਆ ਭੈਣ ਸਾਡਿਆਂ ਨੇ ਸਾਨੂੰ ਭਲਾ ਕਿਉਂ ਬੁਲਾਇਆ ਆਪਣੇ ਕੋਲ। ਭ੍ਰਮ ਹੋਇਓ ਔਰ ਇਹ ਕਾਲਾ। ਮੈਨੂੰ ਸਾਨੂੰ ਤੇ ਐਵੇਂ ਲੱਗਦਾ ਕਿ ਇਸ ਸਮੇਂ ਸਾਡੀ ਭੈਣ ਜੀ ਦੇ ਹਿਰਦੇ ਵਿੱਚ ਤੇ ਭਾਈਆ ਜੀ ਦੇ ਹਿਰਦੇ ਵਿੱਚ ਜ਼ਰੂਰ ਕੋਈ ਭਰਮ ਹੋ ਗਿਆ ਹੈ। ਮਮ ਚੁਗਲੀ ਕੀਨੀ ਕਾਹੂ। ਆ ਕਿਸੇ ਨੇ ਸਾਡੀ ਜਿਹੜੀ ਜ਼ਰੂਰ ਚੁਗਲੀ ਕੀਤੀ ਹੈ। ਮਨ ਲਖਿਅਤ ਹੈ ਵਿਦਿਆਹੂ। ਇਸ ਤਰ੍ਹਾਂ ਹੀ ਅਸੀਂ ਮਨ 'ਚ ਸਮਝਿਆ ਹੈ ਕਿ ਜ਼ਰੂਰ ਕਿਸੇ ਨਾ ਕਿਸੇ ਨੇ ਚੁਗਲੀ ਕੀਤੀ ਸਾਡੀ। ਸ੍ਰੀ ਅੰਗਤ ਸੋ ਕਹਿ ਬਾਲਾ। ਗੁਰੂ ਅੰਗਦ ਦੇਵ ਮਹਾਰਾਜ ਨੂੰ ਭਾਈ ਬਾਲਾ ਜੀ ਕਹਿਣ ਲੱਗੇ, ਸਭ ਕਥਾ ਬਨਾਏ ਰਸਾਲਾ। ਕਿ ਹੇ ਮਹਾਰਾਜ ਸੱਚੇ ਪਾਤਸ਼ਾਹ ਜੀ, ਰਸਾਂ ਦਾ ਘਰ ਸੁੰਦਰ ਕਥਾ ਮੈਂ ਬਣਾ ਸਵਾਰ ਕੇ ਕਹਿਣਾ ਹਾਂ। ਗੁਰ ਅੰਗਦ ਸੁਣੀਏ ਬੈਨਾ। ਗੁਰੂ ਅੰਗਦ ਦੇਵ ਮਹਾਰਾਜ ਉਹ ਕਥਾ ਦੇ ਬਚਨ ਸੁਣੀਏ। ਹਉ ਭਾਖਿਓ ਸੁਨਹੁ ਸੁਖੈਨਾ। ਮੈਂ ਫਿਰ ਉਸ ਵਕਤ ਕਿਹਾ, ਸੁੱਖਾਂ ਦੇ ਘਰ ਗੁਰੂ ਨਾਨਕ ਸਾਹਿਬ ਜੀ ਨੂੰ, ਮਹਾਰਾਜ ਮੇਰਾ ਬਚਨ ਸੁਣੋ ਜੀ। ਕੋ ਕਰਹਿ ਦੂਤੀ ਤੇਰੀ। ਸੱਚਾ ਪਾਤਸ਼ਾਹ ਗੁਰੂ ਮਹਾਰਾਜ ਹੈ ਪ੍ਰਤੱਖ ਪਰਮੇਸ਼ਰ, ਐਸਾ ਕਿਹੜਾ ਮਹਾਰਾਜ ਦੁਸ਼ਟ ਜਿਹੜਾ ਤੁਹਾਡੀ ਚੁਗਲੀ ਕਰ ਸਕਦਾ ਹੈ। ਨਹਿ ਉਗੁਣਤਾ ਕਛ ਹੇਰੀ। ਨਹਿ ਔਗੁਣ ਤਾਂ ਕਛ ਹੇਰੀ, ਤੁਹਾਡੇ ਵਿੱਚ ਤੇ ਮਹਾਰਾਜ ਕੋਈ ਔਗੁਣ ਨਹੀਂ ਵੇਖਿਆ ਜਾਂਦਾ, ਫਿਰ ਚੁਗਲੀ ਕਿਹੜਾ ਕਰ ਸਕਦਾ ਹੈ। ਨਹਿ ਕਰਤੇ ਕਛੂ ਪੁਕਾਰਾ। ਕਿਉਂਕਿ ਸੱਚੇ ਪਾਤਸ਼ਾਹ ਤੁਸੀਂ ਤੇ ਕਦੀ ਮਾੜਾ ਕੰਮ ਕਿਸੇ ਦਾ ਕਰਦੇ ਹੀ ਨਹੀਂ ਹੋ। ਸੁਨ ਨਾਨਕ ਬਚਨ ਉਚਾਰਾ। ਸੁਣ ਕੇ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਿਹਾ ਕਿ ਭਾਈ ਬਾਲਾ ਜੀ, ਹੈ ਆਪਨ ਮੈਂ ਜੋ ਮਿਠਾਈ। ਉਹ ਆਪਾਂ ਗੱਲ ਬਾਅਦ ਵਿੱਚ ਕਰਾਂਗੇ। ਜਿਹੜੀ ਹੱਟ ਦੇ ਵਿੱਚ ਕੋਈ ਮਠਿਆਈ ਪਈ
ਪਈ ਹੋਈ ਹੈ। ਸੋ ਬਾਲਾ ਆਨ ਉਚਾਈ। ਉਹ ਵੀ ਭਾਈ ਬਾਲਾ ਤੂੰ ਮਠਿਆਈ ਨੂੰ ਚੁੱਕ ਕੇ ਲਿਆ ਸਾਡੇ ਕੋਲ। ਦੇ 2.5 ਸੇਰ ਪਤਾਸੇ। ਆ 2.5 ਸੇਰ ਜਿਹੜੇ ਪਤਾਸੇ ਵੀ ਲੈ ਲਾ ਨਾਲ। ਉਠ ਗਸ਼ਤ ਭੇ ਸੁਖ ਰਾਸੇ। ਇਸ ਤਰ੍ਹਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀ ਮੈਨੂੰ ਕਹਿ ਕਰਕੇ ਸੁੱਖਾਂ ਦੀ ਰਾਸ ਤੇ ਭੈਣ ਜੀ ਦੇ ਘਰ ਵੱਲ ਨੂੰ ਚੱਲ ਪਏ। ਚੱਲ ਆਏ ਸੁਸਨ ਕੇਤਾ। ਚਲਦੇ ਚਲਦੇ ਹੱਡ ਤੋਂ ਭੈਣ ਜੀ ਦੇ ਘਰ ਨੂੰ ਆ ਗਏ। ਹਾਂ ਸੰਗ ਗਇਓ ਕਰ ਹੇਤਾ। ਮੈਂ ਵੀ ਮਹਾਰਾਜ ਉਸ ਵਕਤ ਬਹੁਤ ਪ੍ਰੇਮ ਪਿਆਰ ਕਰਕੇ ਮਹਾਰਾਜ ਦਾ ਬਚਨ ਕਰਕੇ ਚੱਲ ਪਿਆ ਨਾਲ। ਉਠ ਕੀਨੋ ਬਹੁ ਸਤਕਾਰੂ। ਸਾਡੇ ਜਾਣ ਦੀ ਦੇਰ ਸੀ ਕਿ ਭਾਈਆ ਜੈ ਰਾਮ ਜੀ ਨੇ ਤੇ ਭੈਣ ਨਾਨਕੀ ਜੀ ਨੇ ਉੱਠ ਕੇ ਬਹੁਤ ਸਤਿਕਾਰ ਮਾਣ ਕੀਤਾ ਸਾਡਾ। ਮੰਚ ਦੀਨ ਵਿਛਾਏ ਜੋ ਚਾਰੂ। ਸੁੰਦਰ ਜਿਹੜਾ ਪਲੰਘ ਸਾਡੇ ਬੈਠਣ ਵਾਸਤੇ ਵਿਛਾ ਦਿੱਤਾ, ਢਾ ਦਿੱਤਾ। ਤਬ ਬੋਲੇ ਬੇਦੀਆਂ ਨ ਕੇਤਾ। ਤਦੋਂ ਬੇਦੀਆਂ ਦੀ ਕੁਲ ਦੀ ਤੁਜਾ ਰੂਪ ਗੁਰੂ ਨਾਨਕ ਸਾਹਿਬ ਜੀ ਬੋਲੇ ਕਿ ਭੈਣ ਮੇਰੀ ਕੋਹ ਭਗਨੀ ਬੋਲਨ ਹੇਤਾ। ਹੇ ਭੈਣ ਸਾਨੂੰ ਕਿਸ ਵਾਸਤੇ ਤੁਸਾਂ ਨੇ ਸੱਦਣਾ ਕੀਤਾ ਹੈ, ਕੀ ਕਾਰਨ ਹੈ? ਤੁਮ ਹਮਕੋ ਬੋਲ ਪਠਾਇਓ। ਆ ਤੁਸਾਂ ਨੇ ਤੁਲਸਾ ਦਾਸੀ ਨੂੰ ਭੇਜ ਕੇ ਸੁਣਾ ਦਿੱਤਾ ਸੀ ਤੇ ਬੋਲ ਕੇ ਦਾਸੀ ਨੂੰ ਭੇਜਿਆ ਸੀ ਵੀ ਸਾਨੂੰ ਬੁਲਾ ਕੇ ਲਿਆਉਣ। ਸੁਨ ਆਇਸ ਮੈਂ ਚੱਲ ਆਇਓ। ਭੈਣ ਜੀ ਮੈਂ ਤੁਹਾਡਾ ਬਚਨ ਸੁਣਦਿਆਂ ਉਸੇ ਵੇਲੇ ਚੱਲ ਕੇ ਆਇਆ ਹਾਂ। ਕਹਿ ਕਾਲੂ ਤਨੁਜਾ ਭਾਈ। ਇਸ ਤਰ੍ਹਾਂ ਪਿਤਾ ਕਾਲੂ ਜੀ ਦੀ ਸੁਪੁੱਤਰੀ ਬੇਬੇ ਨਾਨਕੀ ਜੀ ਕਹਿਣ ਲੱਗੇ, ਹੇ ਮੇਰੇ ਭਾਈ ਭਰਾ ਗੁਰੂ ਨਾਨਕ ਸਾਹਿਬ ਜੀ। ਤਬ ਦਰਸ਼ਨ ਮਨ ਲਲਚਾਈ। ਹੱਥ ਜੋੜ ਕੇ ਕਹਿੰਦੇ, ਭਰਾ ਜੀ ਮੈਨੂੰ ਤੇ ਤੁਹਾਡੇ ਦਰਸ਼ਨਾਂ ਦੀ ਇੱਛਾ ਹੋਈ ਸੀ ਕਿ ਤੁਹਾਡਾ ਦਰਸ਼ਨ ਕਰ ਲਵਾਂ। ਤਬ ਭੇਜੀ ਤੁਲਸਾ ਦਾਸੀ। ਦਰਸ਼ਨਾਂ ਦੀ ਇੱਛਾ ਸੀ ਤਾਂ ਹੀ ਮੈਂ ਦਾਸੀ ਨੂੰ ਭੇਜਿਆ ਸੀ। ਅਬ ਦੇਖਤ ਹਿਰਦਾ ਵਿਕਾਸ਼ੀ। ਹੁਣ ਤੁਹਾਡਾ ਸੂਰਜ ਵਰਗਾ ਮੁਖ ਦੇਖ ਕੇ ਮੇਰਾ ਹਿਰਦਾ ਕਵਲ ਭਰਾ ਮੇਰੇ ਖਿੜ ਗਿਆ ਹੈ। ਸ੍ਰੀ ਨਾਨਕ ਬਚਨ ਉਚਾਰੇ। ਸੁਣ ਕੇ ਭੈਣ ਜੀ ਦੇ ਬਚਨ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਹੇ। ਸੁਨ ਭਗਨੀ ਹਿਰਦੈ ਹਮਾਰੇ। ਇੱਥੇ ਹਮਾਰੇ ਦੀ ਥਾਂ ਜਿਹੜਾ ਮੁੱਖ ਪਾਠ ਤੁਮਾਰੇ ਪਾਠ ਹੈ ਕਿ ਭੈਣ ਤੁਹਾਡੇ ਹਿਰਦੇ ਵਿੱਚ ਜਿਹੜਾ ਆ ਭਰਮ ਹੋਇਆ ਹੈ। ਭ੍ਰਮ ਹੋਇਓ ਦੇਹੋ ਬਤਾਈ। ਭੈਣ ਜੋ ਸੁਣ, ਜੋ ਤੁਹਾਡੇ ਹਿਰਦੇ ਵਿੱਚ ਭਰਮ ਹੋਇਆ ਹੈ ਨਾ ਮਨ 'ਚ, ਉਹ ਤੁਸੀਂ ਸਾਨੂੰ ਦੱਸ ਦਿਓ। ਕਿਸ ਕਾਰਜ ਮੋਹਿ ਬੁਲਾਈ। ਵੀ ਕਿਸ ਕਾਰਜ ਕੰਮ ਵਾਸਤੇ ਬੁਲਾਇਆ? ਦਰਸ਼ਨਾਂ ਦੀ ਤੇ ਭੈਣ ਕੋਈ ਚਾਹਨਾ ਨਹੀਂ, ਕੰਮ ਦੇ ਵਿੱਚ ਹੋ ਰਹੀ ਹੈ। ਬਚਪਨੇ ਨਾਨਕੀ ਆਸੇ। ਭੈਣ ਨਾਨਕੀ ਜੀ ਨੇ ਮੈਂ ਬਚਨ ਕਹੇ ਮੁੜ। ਤੁਮ ਜਾਣਤ ਸਭ ਵਿਦ ਜਾਸੇ। ਮਹਾਰਾਜ ਜੀ ਭਰਾ ਜੀ ਜਿਸ ਤਰ੍ਹਾਂ ਤੁਸੀਂ ਸਭ ਤਰ੍ਹਾਂ ਨਾਲ ਜਾਣਦੇ ਸੱਚੇ ਪਾਤਸ਼ਾਹ ਜੀ, ਤੁਹਾਡੇ ਵੱਲੋਂ ਕਿਹੜੀ ਗੱਲ ਲੁਕੀ ਛਿਪੀ ਹੈ? ਹੋ ਅੰਤਰ ਜਾਮੀ ਜਾਨੋ। ਤੁਸੀਂ ਤੇ ਦਿਲਾਂ ਦੀਆਂ ਜਾਣਨ ਵਾਲੇ ਸਭ ਤਰ੍ਹਾਂ ਹੀ ਮਹਾਰਾਜ ਜਾਣਦੇ ਹੋ। ਬਿਨ ਬੋਲਤ ਸਭ ਹੈ ਪਛਾਨੋ। ਮਹਾਰਾਜ ਤੁਸੀਂ ਨੇ ਬਿਨ ਬੋਲਿਆ ਸਭ ਕੁਛ ਜਾਣਦਾ। ਬਿਨ ਬੋਲੇ ਤੋਂ ਤੁਸੀਂ ਮਹਾਰਾਜ ਜਾਣਦੇ ਹੋ। ਇਹ ਮਨੁੱਖ ਕੁਝ ਕਵੇ ਨਾ ਕਵੇ ਤੁਸੀਂ ਜਾਣਦੇ ਹੋ। ਬੰਦੇ ਦੇ ਮਨ ਵਿੱਚ ਕੀ ਹੈ ਮਹਾਰਾਜ ਤੁਸੀਂ ਜਾਣਦੇ ਹੋ। ਬੰਦੇ ਦੇ ਮਨ ਵਿੱਚ ਤੁਹਾਡੇ ਲਈ ਕਿੰਨਾ ਪ੍ਰੇਮ ਹੈ ਤੁਸੀਂ ਜਾਣਦੇ ਹੋ। ਤੁਹਾਡੇ ਦਰਸ਼ਨਾਂ ਦੀ ਚਾਹਨਾ ਬੰਦਾ ਕਿੰਨੀ ਕੁ ਕਰਦਾ ਤੁਸੀਂ ਜਾਣਦੇ ਹੋ। ਤੁਹਾਨੂੰ ਮਹਾਰਾਜ ਕਿੰਨਾ ਕੁ ਕੋਈ ਪ੍ਰੇਮ ਕਰਦਾ ਤੁਸੀਂ ਜਾਣਦੇ ਹੋ। ਕਿਉਂਕਿ ਮਹਾਰਾਜ ਤੁਸੀਂ ਘਟ ਘਟ ਕੇ ਅੰਤਰ ਕੀ ਜਾਣਤ। ਤੁਸੀਂ ਦੇ ਹਰ ਇੱਕ ਦੇ ਦਿਲ ਵਿੱਚ ਪਰਮੇਸ਼ਰ ਰੂਪ ਹੋ ਕੇ ਬੈਠੇ ਹੋਏ। ਤੁਹਾਡੇ ਤੋਂ ਕਿਹੜੀ ਲੁਕੀ ਛਿਪੀ ਗੱਲ ਹੈ? ਤੁਸੀਂ ਭੈਣ ਜੀ ਦਾ ਕਹਿਣ ਦਾ ਮਤਲਬ ਸੀ ਮਹਾਰਾਜ ਜੋ ਤੁਸੀਂ ਜਾਣ ਗਏ ਉਹ ਬਿਲਕੁਲ ਠੀਕ ਹੈ। ਵੀ ਦਰਸ਼ਨਾਂ ਦੀ ਚਾਹਨਾ ਕੀ ਸੀ? ਇਹਦੀ ਸੰਸਾ ਜਾਂ ਮਨ 'ਚ ਹੋ ਗਿਆ ਹੈ ਜਿਹਦੇ ਕਰਕੇ ਤੁਹਾਨੂੰ ਕੋਲ ਬੁਲਾਇਆ ਸੀ। ਫਿਰ ਜਿਵੇਂ ਮਹਾਰਾਜ ਜੀ ਨੇ ਅੱਗੋਂ ਬਚਨ ਕਹੇ ਹੈ ਕਿ ਹਿਸਾਬ ਕਿਤਾਬ ਦਾ ਜਿਹੜਾ ਭੈਣ ਜੀ ਭਾਈਆ ਜੀ ਤੁਹਾਨੂੰ ਭਰਮ ਹੋ ਗਿਆ ਸੀ, ਉਹ ਹਿਸਾਬ ਕਿਤਾਬ ਕਰ ਹੀ ਲੈਣਾ ਚਾਹੀਦਾ ਹੈ। ਅਤੇ ਬਾਕੀ ਜਿਹੜਾ ਕੰਮਕਾਰ ਹੈ ਮੋਦੀ ਖਾਨੇ ਦਾ ਤੁਸੀਂ ਸੰਭਾਲੋ। ਇਹੋ ਜਿਹਾ ਕੰਮ ਕਰਕੇ ਅਸਾਂ ਨੇ ਕੀ ਲੈਣਾ ਹੈ ਜਿਹਦੇ ਕਰਕੇ ਤੁਹਾਨੂੰ ਕੋਈ ਪਰੇਸ਼ਾਨੀ ਹੋਵੇ।
ਫਿਰ ਭੈਣ ਜੀ ਤੇ ਭਾਈਆ ਜੈ ਰਾਮ ਜੀ ਜਿਵੇਂ ਮਹਾਰਾਜ ਜੀ ਅੱਗੇ ਹੱਥ ਜੋੜਦੇ ਹੈ ਕਿ ਮਹਾਰਾਜ ਸਾਨੂੰ ਬਖਸ਼ੋ, ਅਸੀਂ ਤੇ ਮਹਾਰਾਜ ਮਨੁੱਖ ਹਾਂ, ਭੁੱਲਣ ਵਾਲੇ, ਮਹਾਰਾਜ ਤੁਸੀਂ ਤੇ ਦਿਆਲੂ ਕਿਰਪਾਲੂ ਬਖਸ਼ੋ। ਸਾਡੀ ਤੇ ਮੱਤ ਇਹੋ ਜਿਹੀ ਹੈ ਕਿ ਗੁਰੂ ਪੀਰ ਤੇ ਸ਼ੰਕਾ ਕਰਨ ਲੱਗਿਆ ਵੀ ਟਾਈਮ ਨਹੀਂ ਅਸੀਂ ਲਾਉਂਦੇ, ਅਸੀਂ ਤੇ ਡੋਲਣ ਲੱਗਿਆ ਮਹਾਰਾਜ ਟਾਈਮ ਕੋਈ ਨਹੀਂ ਲਾਉਂਦੇ, ਤੁਸੀਂ ਕਿਰਪਾ ਕਰੋ ਸਾਨੂੰ ਬਖਸ਼ੋ। ਇਹ ਜਿਵੇਂ ਬੇਨਤੀਆਂ ਕਰਨਗੇ ਉਹ ਕੱਲ੍ਹ ਦੇ ਪ੍ਰਸੰਗਾਂ ਵਿੱਚ ਆਪਾਂ ਸਰਵਣ ਕਰਾਂਗੇ। ਹੁਣ ਇੱਥੇ ਆਪਾਂ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਵਿਚਾਰਾਂ ਦੀ ਇੱਥੇ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਬਚਪਨੇ ਨਾਨਕੀ ਆਸੇ, ਤੁਮ ਜਾਨਤ ਸਭ ਵਿਦ ਜਾਸੇ, ਹੋ ਅੰਤਰ ਜਾਮੀ ਜਾਨੋ, ਬਿਨ ਬੋਲਤ ਸਭ ਹੈ ਪਛਾਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।